ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਰੋ ਜੁਲਕਾ ਨਾਮ ਸੁਆਇਓ, ਸੁਨ ਜਸ ਕੋ ਮਿਲ ਬੈ ਲਲਚਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਸਰਬ ਸੁੱਖਾਂ ਦੇ ਦਾਤੇ, ਚਵਰ ਛਤਰ ਤਖਤ ਦੇ ਮਾਲਕ, ਜ਼ਾਹਰਾ ਜ਼ਹੂਰ ਅਤੇ ਹਾਜ਼ਰਾ ਹਜੂਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਤ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਪਵਿੱਤਰ ਗੁਰਬਾਣੀ ਦਾ ਕੀਰਤਨ ਮਾਨਯੋਗ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸ੍ਰੀਮਾਨ ਭਗਤ ਕਬੀਰ ਸਾਹਿਬ ਜੀ ਦੇ ਇਹ ਪਾਵਨ ਵਚਨ ਬਿਲਾਵਲ ਰਾਗ ਵਿੱਚੋਂ, ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਣ ਤੁਮਾਰੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਇਹ ਭਵ ਸਾਗਰ ਬੜਾ ਬਿਖਮ ਹੈ, ਇਹਨੂੰ ਪਾਰ ਕਰਨਾ ਬੜਾ ਔਖਾ ਹੈ। ਅਸੀਂ ਜ਼ਿਆਦਾਤਰ ਸੋਚਦੇ ਹਾਂ ਕਿ ਉਹ ਭਵ ਸਾਗਰ ਮਰਨ ਤੋਂ ਬਾਅਦ ਹੈ, ਪਰ ਬਾਬਾ ਕਬੀਰ ਸਾਹਿਬ ਜੀ ਇਸ ਜਗਤ ਨੂੰ ਭਵ ਸਾਗਰ ਕਹਿੰਦੇ ਨੇ। ਉਹ ਭਵ ਸਾਗਰ ਹੈ ਵਿਕਾਰਾਂ ਦਾ, ਉਹ ਭਵ ਸਾਗਰ ਹੈ ਬੁਰਾਈਆਂ ਦਾ। ਭਗਤ ਜੀ ਨੇ ਆਰੰਭ ਚੋਂ ਬਚਨ ਕੇ ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਏ ਕੰਧਾ, ਅਜਹੂ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ। ਇਹਨਾਂ ਵਿਕਾਰਾਂ ਤੋਂ ਬਚਣ ਦੇ ਲਈ ਘਰ ਛੱਡ ਕੇ ਜੰਗਲਾਂ 'ਚ ਜਾ ਕੇ ਬੈਠ ਗਏ। ਉੱਥੇ ਜਾ ਕੇ ਕੰਧ ਮੂਲ ਚੁੱਕ ਕੇ ਖਾਣਾ ਸ਼ੁਰੂ ਕਰ ਦਿੱਤਾ। ਪਰ ਇਸ ਪਾਪੀ ਮਨ ਨੇ ਇਹਨਾਂ ਵਿਕਾਰਾਂ ਨੂੰ ਉੱਥੇ ਵੀ ਛੱਡਿਆ, ਉੱਥੇ ਵੀ ਇਹ ਵਿਕਾਰਾਂ ਦੀ ਘੁੰਮਣ ਘੇਰੀ 'ਚ ਫਸਿਆ ਰਿਹਾ। ਜਿਵੇਂ ਸਮੁੰਦਰ ਦੀ ਘੁੰਮਣ ਘੇਰੀ 'ਚ ਕੋਈ ਬੰਦਾ ਫਸ ਜੇ ਨਿਕਲ ਨਹੀਂ ਸਕਦਾ, ਸਾਡਾ ਮਨ ਔਗਣਾ ਬੁਰਾਈਆਂ 'ਚ ਫਸ ਕੇ ਅਸੀਂ ਆਪਣੇ ਯਤਨ ਨਾਲ ਨਹੀਂ ਨਿਕਲ ਸਕਦੇ। ਵਿਖੇ ਵਿਖੇ ਕੀ ਬਾਸਨਾ ਤਜੀ ਨਾ ਜਾਈ। ਅਨੇਕ ਤਰ੍ਹਾਂ ਦੀਆਂ ਜਿਹੜੀਆਂ ਵਿਕਾਰਾਂ ਦੀਆਂ ਵਾਸ਼ਨਾਵਾਂ ਨੇ ਸਾਡੇ ਮਨ ਅੰਦਰ ਚਸਕੇ ਨੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਦੀ ਛੱਡੇ ਨਹੀਂ ਜਾ ਸਕਦੇ। ਬੜਾ ਔਖਾ ਹੈ, ਇਹ ਭਵ ਸਾਗਰ ਹੈ। ਜਰਾ ਜੀਵਨ ਜੋਬਨ ਗਿਆ ਕਛ ਕੀ ਆਨਾ ਨੀਕਾ। ਜ਼ਿੰਦਗੀ ਚਲੀ ਗਈ ਹੈ, ਬੁਢੇਪਾ ਆ ਗਿਆ ਹੈ, ਅੱਜ ਤੱਕ ਮੇਰੇ ਮਨ ਨੇ ਕੋਈ ਚੰਗਾ ਕੰਮ ਨਹੀਂ ਕੀਤਾ। ਇਹ ਜੀਰਾ ਨਿਰਮੋਲ ਕੋ ਕੌਡੀ ਲੱਕ ਮੀਕਾ। ਇਹ ਜ਼ਿੰਦਗੀ ਇੰਨੀ ਕੀਮਤੀ, ਇੰਨੀ ਮਹਾਨ ਹੈ, ਪਰ ਕੌਡੀਆਂ ਦੇ ਭਾਅ ਚਲੀ ਗਈ। ਮੈਂ ਭਵ ਸਾਗਰ 'ਚ ਫਸ ਗਿਆ। ਇਹ ਵਾਹਿਗੁਰੂ ਜੀਓ ਕਿਰਪਾ ਕਰਕੇ ਮੈਨੂੰ ਬਚਾ ਲਓ। ਗੁਰਬਾਣੀ ਵਿੱਚ ਹੋਰ ਵੀ ਬੇਅੰਤ ਥਾਵਾਂ ਤੇ ਇਸ ਜਗਤ ਨੂੰ ਭਵ ਸਾਗਰ ਕਿਹਾ। ਸੰਸਾਰ ਸਮੁੰਦੇ ਤਾਰ ਗੋਬਿੰਦੇ। ਬਾਬਾ ਨਾਮਦੇਵ ਸਾਹਿਬ ਜੀ ਦੇ ਇਹ ਪਾਵਨ ਬਚਨ ਨੇ ਕਿ ਵਾਹਿਗੁਰੂ ਜੀ ਇਹ ਸੰਸਾਰ ਸਮੁੰਦਰ ਤੋਂ ਸਾਨੂੰ ਬਾਹਰ ਕੱਢ ਲਾ। ਸਿੱਧ ਵੱਡੇ ਵੱਡੇ ਤਪਸਵੀ ਲੋਕ ਸਨ, ਸਾਧਨਾ ਕੀਤੀਆਂ ਸਨ। ਬਾਬਾ ਨਾਨਕ ਜੀ ਅੱਗੇ ਉਹਨਾਂ ਦਾ ਇਹ ਸਵਾਲ ਸੀ ਕਿ ਤੁਸੀਂ ਕਹਿੰਦੇ ਗ੍ਰਸਥ ਵਿੱਚ ਰਹੋ, ਪਰ ਇਹ ਗ੍ਰਸਥ ਵਿੱਚ ਰਹਿ ਕੇ, ਸੰਸਾਰ 'ਚ ਰਹਿ ਕੇ ਦੁੱਖਾਂ ਤੋਂ ਬਚਣਾ ਬੜਾ ਔਖਾ ਹੈ। ਬਾਬਾ ਨਾਨਕ ਜੀ ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਇਹ ਦੁਨੀਆ ਤੇ ਇੱਕ ਬੜਾ ਔਖਾ ਸਮੁੰਦਰ ਹੈ। ਦੁਨੀਆ 'ਚ ਰਹਿ ਕੇ ਬੁਰਾਈਆਂ ਤੋਂ ਨਹੀਂ ਬਚਿਆ ਜਾ ਸਕਦਾ, ਬੇਈਮਾਨੀ ਤੋਂ ਨਹੀਂ ਬਚਿਆ ਜਾ ਸਕਦਾ, ਵਿਕਾਰਾਂ ਤੋਂ ਨਹੀਂ ਬਚਿਆ ਜਾ ਸਕਦਾ। ਕਿਵੇਂ ਪਾਰ ਨਿਕਲਿਆ ਜਾ ਸਕਦਾ? ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੰਗਲਾਂ 'ਚ ਵੀ ਜਾ ਕੇ ਬੰਦਾ ਨਹੀਂ ਬਚ ਸਕਦਾ। ਇੱਕੋ ਇੱਕ ਬਚਣ ਦਾ ਤਰੀਕਾ ਹੈ ਕਿ ਇਹ ਸੰਸਾਰ ਸਮੁੰਦਰ ਜਿੱਥੇ ਵਿਕਾਰਾਂ ਦੀਆਂ, ਮਾਇਆ ਦੀਆਂ ਹਨੇਰੀਆਂ ਚੱਲ ਰਹੀਆਂ ਨੇ, ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ, ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੀਂ ਪਾਓ। ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਆਪਣੇ ਗੁਰੂ ਦੇ ਬਚਨਾਂ ਨਾਲ ਜੁੜ ਜਾਈਏ, ਗੁਰੂ ਦੇ ਦੱਸੇ ਮਾਰਗ ਤੇ ਚੱਲੀਏ। ਜਿਹੜਾ ਗੁਰੂ ਦੇ ਮਾਰਗ ਤੇ ਚੱਲੇਗਾ ਉਹਦੀ ਜ਼ਿੰਦਗੀ ਦਾ ਬੇੜਾ ਡੁੱਬੇਗਾ ਨਹੀਂ, ਉਹ ਭਵ ਸਾਗਰ ਤੋਂ ਪਾਰ ਨਿਕਲ ਜਾਏਗਾ। ਬਾਬਾ ਕਬੀਰ ਸਾਹਿਬ ਜੀ ਨੇ ਸਾਨੂੰ ਇਸ ਸੰਸਾਰ ਸਮੁੰਦਰ ਦੀਆਂ ਘੁੰਮਣ ਘੇਰੀਆਂ ਤੋਂ ਬਚਣ ਦੇ ਲਈ ਗੁਰੂ ਚਰਨਾਂ 'ਚ, ਪ੍ਰਭੂ ਚਰਨਾਂ 'ਚ ਅਰਦਾਸ ਕਰਨ ਦੀ ਪ੍ਰੇਰਣਾ ਕੀਤੀ ਕਿ ਰਾਖ ਰਾਖ ਮੇਰੇ ਬੀਠਲਾ ਜਨ ਸਰਣ ਤੁਮਾਰੀ। ਸਤਿਗੁਰੂ ਜੀ ਮਿਹਰ ਕਰਨ, ਅਸੀਂ ਵੀ ਕੇਵਲ ਗੁਰੂ ਪ੍ਰਭੂ ਦਾ ਆਸਰਾ ਲੈ ਕੇ ਜ਼ਿੰਦਗੀ ਵਿੱਚ ਸੁੱਖ ਨੂੰ ਮਾਣ ਸਕੀਏ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਵਿਚਾਰ ਆਪ ਜੀ ਹਰ ਰੋਜ਼ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ।
ਸਤਿਗੁਰੂ ਜੀ ਦੇ ਜੀਵਨ ਇਤਿਹਾਸ ਵਿੱਚੋਂ ਉਹਨਾਂ ਦੇ ਗੁਰਸਿੱਖਾਂ ਦੀਆਂ ਗਾਥਾਵਾਂ ਚੱਲ ਰਹੀਆਂ ਨੇ। ਸਮੇਂ-ਸਮੇਂ ਤੇ ਗੁਰੂ ਕੇ ਪਿਆਰੇ ਗੁਰੂ ਕੀ ਹਜ਼ੂਰੀ ਚ ਆਏ, ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਨੂੰ ਧਾਰਨ ਕੀਤਾ, ਗੁਰੂ ਦੇ ਦੱਸੇ ਮਾਰਗ ਤੇ ਚੱਲੇ, ਆਪਣੇ ਜੀਵਨ ਨੂੰ ਸਫਲ ਬਣਾਏ। ਉਹ ਸਿੱਖੀ ਜੀਵਨ ਚਾਨਣ ਮਨਾਰੇ ਦੀ ਨਿਆਈ ਨੇ। ਅੱਜ ਆਪਾਂ ਇਹ ਗਾਥਾ ਸਰਵਣ ਕਰ ਰਹੇ ਭਾਈ ਪਾਰੋ ਜੀ। ਡੱਲਾ ਪਿੰਡ ਹੈ ਸੁਲਤਾਨਪੁਰ ਦੇ ਨੇੜੇ। ਇਹ ਡੱਲੇ ਨੂੰ ਕਦੀ ਸਿੱਖੀ ਦਾ ਕੋਠਾ ਵੀ ਸਤਿਗੁਰੂ ਜੀ ਨੇ ਕਿਹਾ ਸੀ। ਇਹ ਡੱਲੇ ਦੇ ਰਹਿਣ ਵਾਲੇ ਭਾਈ ਪਾਰੋ ਜੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਏ। ਗੁਰੂ ਸਾਹਿਬ ਜੀ ਦੇ ਚਰਨਾਂ ਜਿਵੇਂ ਇਹਨਾਂ ਬੇਨਤੀ ਕੀਤੀ ਹੈ, ਜਿਵੇਂ ਗੁਰੂ ਕੀ ਸਿੱਖੀ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਭਾਈ ਪਾਰੋ ਜੀ, ਇਹਨਾਂ ਦਾ ਨਾਮ ਮੁੜ ਕੇ ਪਾਰੋ ਪਰਮਹੰਸ ਪੈ ਗਿਆ ਸੀ। ਭਾਈ ਪਾਰੋ ਜੁਲਕਾ ਪਰਮਹੰਸ। ਇਹਨਾਂ ਨੇ ਸਿੱਖੀ ਨੂੰ ਕਮਾਇਆ। ਇੰਨੀ ਮਹਾਨ ਉੱਚੀ ਅਵਸਥਾ ਸੀ ਇਹਨਾਂ ਦੀ ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਅਵਸਥਾ ਨੂੰ ਜਾਣਿਆ ਕਿ ਇੰਨੀ ਉੱਚੀ ਅਵਸਥਾ ਵਾਲੇ ਨੇ। ਇੱਕ ਵਾਰੀ ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਭਾਈ ਪਾਰੋ ਮੈਂ ਬਿਰਧ ਹੋ ਗਿਆ, ਸਰੀਰ ਕਮਜ਼ੋਰ ਹੋ ਗਿਆ, ਮੇਰਾ ਜੀ ਕਰਦਾ ਤੈਨੂੰ ਗੁਰਗੱਦੀ ਤੇ ਬਿਠਾ ਦੇਵਾਂ। ਬਖਸ਼ਤ ਹੋ ਮੈਂ ਜਗ ਗੁਰੇ ਆਈ, ਪਰ ਉਪਕਾਰ ਕਾਰ ਕੇ ਤਾਈ, ਭਗਤ ਜਗਤ ਜਗ ਅਦਗ ਬਿਠਾਰੋ, ਪਰ ਉਪਕਾਰ ਕਾਰ ਕੋ ਸਾਰੋ। ਭਾਈ ਪਾਰੋ ਗੁਰਤਾ ਗੱਦੀ ਤੇ ਬੈਠ ਕੇ ਭਗਤੀ ਦਾ ਪ੍ਰਚਾਰ ਕਰੋ, ਪਰ ਉਪਕਾਰ ਕਰੋ ਲੋਕਾਂ ਤੇ। ਹੁਣ ਇਹ ਭਾਈ ਪਾਰੋ ਜੀ ਜਿਹੜੇ ਬ੍ਰਹਮ ਚ ਲਿਵਲੀਨ ਸਨ, ਉਹਨਾਂ ਨੇ ਕੀ ਕਿਹਾ? ਕਰ ਜੋਰੇ ਪਾਰੋ ਪਗ ਪਰਿਓ, ਤਰਾਹੇ ਤਰਾਹੇ ਕਰ ਬਚਨ ਉਚਰਿਓ। ਪ੍ਰਭ ਜੀ ਗੁਰਸਿੱਖੀ ਮੋਹਿ ਪਾਵੇ, ਗੁਰੇ ਆਈ ਸਤਿਗੁਰੂ ਸੁਹਾਵੇ। ਹੱਥ ਜੋੜ ਕੇ ਤਰਾਹ ਤਰਾਹ ਕਰਦੇ ਆ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਤੇ ਸਿੱਖੀ ਚਾਹੀਦੀ ਹੈ। ਗੁਰਤਾ ਗੱਦੀ ਤੇ ਗੁਰੂ ਹੀ ਸੁਭਾਏਮਾਨ ਚੰਗਾ ਲੱਗਦਾ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਉਸ ਮਹਾਨ ਗੁਰਸਿੱਖ ਦੀ ਗਾਥਾ ਜ ਆਪਾਂ ਨੇ ਸਰਵਣ ਕਰਨੀ ਹੈ। ਆਓ ਗੁਰੂ ਕੇ ਪਿਆਰ ਵਿੱਚ ਜੁੜੀਏ, ਉਹਨਾਂ ਮਹਾਨ ਗੁਰਸਿੱਖਾਂ ਦੀਆਂ ਕਰਨੀਆਂ ਦਾ ਧਿਆਨ ਧਰ ਕੇ ਇੱਕ ਵੇਰਾ ਸਾਰੇ ਹੀ ਮੁਖ ਤੋਂ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪਾਰੋ ਜੁਲਕਾ ਨਾਮ ਸੁਆਇਓ, ਸੁਨ ਜਸ ਕੋ ਮਿਲ ਬੈ ਲਲਚਾਇਓ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਇੱਕ ਵਿਅਕਤੀ ਜਿਹਦਾ ਨਾਂ ਹੈ ਪਾਰੋ ਜੁਲਕਾ, ਉਹਨੇ ਗੁਰੂ ਕਾ ਜਸ ਸੁਣੇ ਹੈ, ਗੁਰੂ ਕੀ ਕੀਰਤੀ ਸੁਣੀ ਹੈ, ਤੇ ਉਹ ਸਤਿਗੁਰੂ ਜੀ ਦੇ ਦੀਦਾਰ ਕਰਨ ਦੇ ਲਈ ਗੁਰੂ ਸਾਹਿਬ ਜੀ ਦੇ ਕੋਲ ਆਇਆ ਹੈ। ਨਮਸਕਾਰ ਕਰ ਬੈਠਿਓ ਪਾਸ, ਹੱਥ ਜੋੜ ਕੇ ਨਸ ਅਰਦਾਸ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਕੋਲ ਬੈਠ ਗਿਆ। ਸਮਾਂ ਮਿਲਣ ਤੇ ਗੁਰੂ ਚਰਨਾਂ 'ਚ ਹੱਥ ਜੋੜ ਕੇ ਇਸਨੇ ਅਰਦਾਸ ਕੀਤੀ ਹੈ। ਸ੍ਰੀ ਗੁਰ ਪਰਮਹੰਸ ਹੋਏ ਕੌਣ, ਲੱਛਣ ਮੋਏ ਸੁਨਾਵਹੁ ਤੌਣ। ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਿ ਪਰਮਹੰਸ ਕੌਣ ਹੁੰਦਾ ਹੈ? ਹੰਸ ਤੇ ਸੁਣੇ ਨੇ, ਪਰਮਹੰਸ ਕੌਣ ਹੁੰਦਾ ਹੈ? ਉਹਦੇ ਲੱਛਣ ਦੱਸੋ, ਉਹਦੇ ਗੁਣ ਦੱਸੋ ਕੀ ਹੁੰਦੇ ਹਨ? ਸੁਨੇ ਨਾਮ ਅਰ ਰੂਪ ਨਿਹਾਰੇ, ਨਹਿ ਵਿਸ਼ੇਸ਼ ਤੇ ਹਮ ਨਿਰਧਾਰੈ। ਨਾਮ ਹੀ ਸੁਣਿਆ ਹੈ, ਅਸੀਂ ਕੋਈ ਵਿਸ਼ੇਸ਼ਤਾ ਨਹੀਂ ਦੇਖੀ, ਨਾ ਉਹਨਾਂ ਨੂੰ ਦੇਖਿਆ ਹੈ, ਰੂਪ ਉਹਨਾਂ ਦਾ ਦੇਖਿਆ ਨਹੀਂ ਹੈ। ਤੁਮ ਤੇ ਸੁਨੇ ਜਰਾਰਥ ਜਾਣੈ, ਕੋ ਗੁਣ ਤੇ ਤਿਨ ਅਧਿਕ ਬਖਾਨੈ। ਤੁਹਾਡੇ ਕੋਲੋਂ ਸੁਣਿਆ, ਤੁਹਾਡੇ ਕੋਲ ਹੁਣ ਪਤਾ ਲੱਗੇਗਾ, ਸਾਨੂੰ ਅਸਲੀਅਤ ਦਾ ਪਤਾ ਲੱਗ ਜਾਏਗਾ। ਉਹਨਾਂ ਦੇ ਗੁਣ ਕੀ ਨੇ, ਉਹਨਾਂ ਦੀ ਵਡਿਆਈ ਕੀ, ਜਿਹਨੂੰ ਪਰਮਹੰਸ ਕਹਿੰਦੇ ਨੇ। ਇੱਕ ਤੇ ਹੁੰਦਾ ਹੰਸ, ਸਤਿਗੁਰੂ ਜੀ ਕਹਿੰਦੇ ਪਰਮਹੰਸ ਲਫ਼ਜ਼ ਤੁਸੀਂ ਕਹਿੰਦੇ ਹੋ, ਉਹ ਕੀ ਹੈ ਜੀ? ਸ੍ਰੀ ਅੰਗਦ ਸੁਭ ਮਤ ਜੁਤ ਹੇਰਾ, ਹਿਤ ਉਪਦੇਸ਼ ਕਹਿਓ ਤਿਸ ਬੇਰਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਦਾ ਇਹ ਸਵਾਲ ਸੁਣਿਆ, ਦੇਖਿਆ ਕਿ ਕੋਈ ਜਗਿਆਸੂ ਹੈ, ਇਹ ਉੱਚੀ ਮਤ ਵਾਲਾ ਹੈ, ਔਰ ਸਤਿਗੁਰੂ ਜੀ ਨੇ ਉਸ ਨੂੰ ਉਪਦੇਸ਼ ਦੇਣ ਲਈ ਇਸ ਤਰ੍ਹਾਂ ਕਿਹਾ ਹੈ। ਪਰਮ ਹੰਸ ਕੇ ਸੁਨੇ ਲੱਛਣ, ਸੁਨ ਜੇ ਤਰੇ ਸੁਮਨ ਜੁਨ ਵਿਛਨ। ਭਾਈ ਤੈਨੂੰ ਪਰਮਹੰਸ ਦੇ ਲੱਛਣ ਦੱਸਦੇ ਆ, ਜਿਹੜਾ ਸੁਣ ਕੇ ਉਹਨੂੰ ਮੰਨ ਲੇਗਾ ਉਹਦਾ ਵੀ ਭਾਰ ਉਤਾਰਾ ਹੋ ਜਾਏਗਾ। ਹੰਸ ਜੇ ਮਾਨ ਸਰੋਵਰ ਰਹੇ, ਮੁਕਤਾ ਕਰੇ ਆਹਾਰ ਜੇ ਲਹੇ। ਜਿਹੜੇ ਹੰਸ ਹੁੰਦੇ ਨੇ ਉਹ ਮਾਨ ਸਰੋਵਰ ਤੇ ਰਹਿੰਦੇ ਨੇ, ਤੇ ਹੰਸਾਂ ਦੇ ਪ੍ਰਥਾਏ ਇਹ ਗੱਲ ਸੁਣੀ ਦੀ ਹੈ, ਹੰਸ ਮੋਤੀ ਖਾਂਦੇ ਨੇ, ਹੋਰ ਕੁਝ ਨਹੀਂ ਚੁਗਦੇ, ਮੋਤੀ ਉਹਨਾਂ ਦੀ ਖੁਰਾਕ ਹੈ। ਮਿਲੇ ਇੱਕ ਰੂਪ ਹੇਤ ਪੈ ਪਾਨੀ,
ਤਿਨ ਕੇ ਆਗੇ ਧਰੇ ਜਿਆਨੀ। ਉਹਨਾਂ ਦੀ ਇੱਕ ਹੋਰ ਵਡਿਆਈ ਹੈ ਕਿ ਜੇ ਦੁੱਧ ਉਹਨਾਂ ਦੇ ਅੱਗੇ ਰੱਖ ਦਈਏ ਨਾ, ਉਹ 'ਚ ਪਾਣੀ ਮਿਲਿਆ ਹੋਏ ਦੁੱਧ ਰੱਖ ਦਈਏ, ਕਿ ਉਹ ਦੁੱਧ ਨੂੰ ਤੇ ਪਾਣੀ ਨੂੰ ਵੱਖਰਿਆਂ ਵੱਖਰਿਆਂ ਕਰ ਲੈਂਦੇ ਹਨ। ਤੈਸ ਤੇ ਜਲ ਕੋ ਕਰਹਿ ਨਿਰਾਲਾ, ਸਾਰੇ ਅਸਾਰ ਪਿਖੈ ਤਤਕਾਲ। ਪੈ ਕਹਿੰਦੇ ਨੇ ਦੁੱਧ ਨੂੰ, ਪਾਣੀ ਨੂੰ ਤੇ ਦੁੱਧ ਨੂੰ ਵੱਖਰਿਆਂ ਵੱਖਰਿਆਂ ਕਰ ਲੈਂਦੇ ਨੇ। ਪਾਣੀ ਉਹ ਤਿਆਗ ਦਿੰਦੇ ਤੇ ਦੁੱਧ ਨੂੰ ਪ੍ਰਵਾਨ ਕਰ ਲੈਂਦੇ ਹਨ। ਤਜੈ ਅਖਿਲ ਜਲ ਪੈ ਕੋ ਖਾਏ, ਉਡੈ ਵਿਦੇਸਨ ਦੇਸਨ ਜਾਹੇ। ਪਾਣੀ ਤਿਆਗ ਦਿੰਦੇ ਨੇ, ਦੁੱਧ ਪ੍ਰਾਪਤ ਕਰ ਲੈਂਦੇ ਨੇ ਔਰ ਆਪਣੇ ਦੇਸ਼ ਨੂੰ ਚਲੇ ਜਾਂਦੇ ਹਨ। ਪਰਮ ਹੰਸ ਤਿਨ ਕਿਤੇ ਅਧਿਕਾਏ, ਮੁਕਤਾ ਮੁਕਤੀ ਚਾਹਤ ਸਦਾਏ। ਸਤਿਗੁਰੂ ਜੀ ਕਹਿੰਦੇ ਪਰਮ ਹੰਸ ਉਸ ਹੰਸ ਤੋਂ ਉੱਚਾ ਹੈ, ਉਸ ਤੋਂ ਮਹਾਨ ਹੈ। ਔਰ ਪਰਮਹੰਸ ਜਿਹੜੇ ਨੇ ਮੁਕਤਾ ਮੁਕਤੀ ਚਾਹਤ ਸਦਾਏ, ਉਹ ਹਮੇਸ਼ਾ ਹੀ ਜਿਵੇਂ ਹੰਸ ਮੋਤੀ ਚਾਹੁੰਦਾ ਹੈ ਨਾ, ਰੱਬ ਦੇ ਪਿਆਰੇ ਜ਼ਿੰਦਗੀ 'ਚ ਮੁਕਤੀ, ਇਹ ਮੁਕਤੀ ਉਹ ਨਹੀਂ ਹੈ ਜਿਹਦੀ ਆਮ ਲੋਕੀ ਗੱਲ ਕਰਦੇ ਨੇ ਕਿ ਪੁਰਾਣੀ ਚੜ੍ਹਾਈ ਕਰ ਗਿਆ, ਆਹ ਪਾਠ ਕਰ ਲਓ ਮੁਕਤੀ ਮਿਲ ਜਾਏਗੀ, ਫਲਾਣੇ ਥਾਂ ਤੇ ਉਹਦੀਆਂ ਅਸਥੀਆਂ ਲੈ ਜਾਓ, ਕੋਈ ਕਿਰਿਆ ਕਰ ਲਓ ਮੁਕਤੀ। ਉਹ ਮੁਕਤੀ ਨਹੀਂ, ਉਹ ਮੁਕਤੀ ਤੇ ਠੁਕਰਾ ਦਿੱਤੀ ਰੱਬ ਦੇ ਪਿਆਰ। ਮੁਕਤ ਬੱਪੜੀ ਪੀ ਗਿਆਨੀ ਤਿਆਗੇ, ਰਾਜ ਨ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇੱਥੇ ਮੁਕਤੀ ਦਾ ਅਰਥ ਹੈ ਵਿਕਾਰਾਂ ਤੋਂ ਮੁਕਤੀ, ਇੱਥੇ ਮੁਕਤੀ ਦਾ ਅਰਥ ਹੈ ਬੁਰਾਈਆਂ ਤੋਂ ਮੁਕਤੀ, ਦੁੱਖਾਂ ਤੋਂ ਮੁਕਤੀ, ਚਿੰਤਾ ਤੋਂ ਮੁਕਤੀ। ਰੱਬ ਦੇ ਪਿਆਰੇ ਜ਼ਿੰਦਗੀ ਅੰਦਰ ਕੇਵਲ ਤਾਂ ਕੇਵਲ ਸੁਰਤ ਦੀ ਮੁਕਤੀ ਚਾਹੁੰਦੇ ਨੇ, ਵਿਕਾਰਾਂ ਤੋਂ ਮੁਕਤੀ ਚਾਹੁੰਦੇ। ਜੋ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਹੈ, ਰਾਖ ਰਾਖ ਮੇਰੇ ਬੀਠਲਾ ਜਨ ਸਰਣ ਤੁਮਾਰੀ, ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧ ਪਾਰੀ। ਰੱਬ ਦੇ ਪਿਆਰੇ ਕੇਵਲ ਤਾਂ ਕੇਵਲ ਦੁਨੀਆ ਦੇ ਦੁੱਖਾਂ ਤੋਂ, ਇਵੇਂ ਕਹਿ ਲੋ ਬੁਰਾਈਆਂ ਤੋਂ, ਔਗਣਾਂ ਤੋਂ ਮੁਕਤੀ ਚਾਹੁੰਦੇ ਹਨ। ਮਾਨਸ ਗੁਰੂ ਸ਼ਬਦ ਕੇ ਮਾਹੀ, ਲੇਤ ਆਹਾਰ ਅਪਾਰ ਰਹਾਈ। ਦੇਖੋ ਅਸੀਂ ਦੁਨਿਆਵੀ ਜੀਵ, ਕਈ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਨੇ ਪ੍ਰਮਾਤਮਾ ਦੇ ਅੱਗੇ, ਹਾਲਾਂਕਿ ਪ੍ਰਮਾਤਮਾ ਸਭ ਕੁਝ ਦੇਣ ਦੇ ਸਮਰੱਥ ਹੈ ਔਰ ਦਿੰਦਾ ਵੀ ਹੈ, ਬਿਨਾਂ ਮੰਗਿਆਂ ਦਿੰਦਾ ਹੈ। ਪਰ ਅਸੀਂ ਸੰਸਾਰੀ ਲੋਕ ਹਾਂ, ਸਾਨੂੰ ਉਸ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਵੱਲ ਦੇਖ ਕੇ ਭਰੋਸਾ ਨਹੀਂ ਵੱਜਦਾ। ਅਸੀਂ ਮੰਗਦੇ ਹਾਂ ਪ੍ਰਮਾਤਮਾ ਕੋਲ, ਲੇਕਿਨ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਪਰਮਹੰਸ ਕਿਹਾ ਗਿਆ, ਉਹ ਕੁਝ ਨਹੀਂ ਮੰਗਦੇ, ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਮੰਗਦੇ ਨੇ। ਜਿਵੇਂ ਹੰਸ ਜਿਹੜਾ ਦੁੱਧ ਨੂੰ ਪ੍ਰਵਾਨ ਕਰ ਲੈਂਦਾ ਹੈ, ਪਾਣੀ ਨੂੰ ਤਿਆਗ ਦਿੰਦਾ ਹੈ, ਤਿਵੇਂ ਬਿਲਕੁਲ ਇਸੇ ਤਰੀਕੇ ਦੇ ਨਾਲ ਉਹ ਗੁਰੂ ਕੇ ਸ਼ਬਦ ਦੇ ਰਾਹੀਂ ਸੱਚ ਨੂੰ ਗ੍ਰਹਿਣ ਕਰ ਲੈਂਦੇ ਨੇ ਤੇ ਝੂਠ ਨੂੰ ਤਿਆਗ ਦਿੰਦੇ ਹਨ। ਦੇਹ ਆਤਮਾ ਮਿਲ ਇੱਕ ਪਏ, ਬਿਨ ਵਿਚਾਰ ਕਿਨ ਨਹਿ ਲਖ ਲਏ। ਦੇਖੋ ਸਰੀਰ ਤੇ ਆਤਮਾ ਆਪਸ ਵਿੱਚ ਮਿਲੇ ਹੋਏ ਨੇ, ਸਾਨੂੰ ਸਰੀਰ ਹੀ ਨਜ਼ਰ ਆ ਰਿਹਾ ਹੈ, ਆਤਮਾ ਇਹਦੇ ਅੰਦਰ ਹੈ। ਆਮ ਮਨੁੱਖ ਨੂੰ ਪਤਾ ਹੀ ਨਹੀਂ ਆਤਮਾ ਬਾਰੇ, ਸਾਨੂੰ ਸਰੀਰ ਨਜ਼ਰ ਆ ਰਿਹਾ ਹੈ, ਅਸੀਂ ਸਰੀਰ ਨਾਲ ਹੀ ਜੁੜੇ ਰਹਿੰਦੇ ਹਾਂ, ਸਰੀਰਕ ਸੁੱਖਾਂ ਦੀ ਜਾਚਨਾ ਕਰਦੇ ਹਾਂ, ਸਰੀਰ ਨੂੰ ਹੀ ਸੁੱਖ ਪਹੁੰਚਾਉਣ ਦਾ, ਪਾਲਣ ਦਾ ਧਿਆਨ ਅਸੀਂ ਰੱਖਦੇ ਹਾਂ, ਸਰੀਰ ਤੋਂ ਅੱਗੇ ਵੱਧ ਨਹੀਂ ਸਕਦੇ। ਆਤਮਾ ਦਾ ਸਾਨੂੰ ਗਿਆਨ ਨਹੀਂ ਹੈ, ਆਤਮਿਕ ਜੀਵਨ ਦੀ ਸਾਨੂੰ ਸੋਝੀ ਨਹੀਂ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਉਹ ਗੁਰੂ ਕੇ ਸ਼ਬਦ ਦੇ ਰਾਹੀਂ ਆਤਮਾ ਤੇ ਸਰੀਰ ਦੇ ਭੇਤ ਨੂੰ ਸਮਝ ਲੈਂਦੇ ਨੇ। ਉਹ ਸਰੀਰ ਦੇ ਮੋਹ ਤੋਂ ਉੱਚੇ ਉੱਠ ਕੇ ਆਤਮਿਕ ਜੀਵਨ ਨੂੰ ਪ੍ਰਵਾਨ ਕਰਦੇ ਨੇ, ਆਤਮਿਕ ਜੀਵਨ ਦੀ ਗੱਲ ਕਰਦੇ ਨੇ। ਇਹ ਪਰਮਹੰਸਾਂ ਦੀ ਵਡਿਆਈ ਹੈ। ਤਿਨ ਕੋ ਪ੍ਰਿਥਮੈ ਹੋਤ ਵਿਚਾਰ, ਦਿਨ ਪ੍ਰਤ ਦੇ ਨਾ ਰਹੇ ਇਕਸਾਰ। ਔਰ ਇਹ ਸਰੀਰ ਤਾਂ ਜਿਹੜਾ ਹੈ ਨਾ, ਇਹ ਹਮੇਸ਼ਾ ਇਕਸਾਰ ਨਹੀਂ ਰਹਿੰਦਾ। ਦੇਖੋ ਬੱਚਾ ਹੁੰਦਾ ਹੈ, ਸਰੀਰ ਵੱਧਦਾ ਰਹਿੰਦਾ, ਹਰ ਰੋਜ਼ ਹਰ ਛਿਨ ਸਰੀਰ ਦੇ ਅੰਦਰ ਕੋਈ ਨਾ ਕੋਈ ਤਬਦੀਲੀ ਆਉਂਦੀ ਰਹਿੰਦੀ ਹੈ, ਟੁੱਟ ਭੱਜ ਹੁੰਦੀ ਰਹਿੰਦੀ ਹੈ। ਇਹ ਠੀਕ ਹੈ, ਬਾਹਰੋਂ ਸਾਨੂੰ ਨਹੀਂ ਪਤਾ ਲੱਗਦਾ, ਪਰ ਸਰੀਰ ਦੇ ਅੰਦਰ ਹਰ ਵੇਲੇ ਕੋਈ ਨਾ ਕੋਈ ਤਬਦੀਲੀ ਆਉਂਦੀ ਰਹਿੰਦੀ ਹੈ। ਉਹ ਤਬਦੀਲੀ ਸਦਕਾ ਦੇਖੋ ਬੱਚਾ ਸੀ, ਹਰ ਰੋਜ਼ ਆਪਾਂ ਦੇਖਦੇ ਵੱਧਦਾ ਵੱਧਦਾ ਜਵਾਨ ਹੋ ਜਾਂਦਾ। ਇੱਕ ਦਿਨ 'ਚ ਤਾਂ ਨਹੀਂ ਹੁੰਦਾ, ਕਈ ਸਾਲ ਲੱਗਦੇ ਨੇ। ਉਹ ਸਹਿਜੇ ਸਹਿਜੇ ਉਹਦੇ 'ਚ ਵਿਕਾਸ ਹੁੰਦਾ। ਜਵਾਨ ਹੋ ਗਿਆ, ਫਿਰ ਸਰੀਰ ਦਾ ਬਲ ਘਟਣਾ ਸ਼ੁਰੂ ਹੋ ਜਾਂਦਾ ਹੈ, ਬਿਰਧ ਅਵਸਥਾ ਵੱਲ ਨੂੰ ਇਹਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਹਰ ਰੋਜ਼ ਅੰਦਰੋਂ ਸਹਿਜੇ ਸਹਿਜੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸਰੀਰ ਕਦੀ ਵੀ ਇਕਸਾਰ ਨਹੀਂ ਹੈ। ਆਤਮਾ ਹਮੇਸ਼ਾ ਇੱਕ ਰਸ ਰਹਿੰਦੀ ਹੈ,
ਉਹ ਨਾ ਕਦੀ ਬੁੱਢੀ ਹੈ ਨਾ ਕਦੀ ਜਵਾਨ ਹੈ, ਜੋ ਵੀ ਹੈ ਇੱਕੋ ਜਿਹੀ ਰਹਿੰਦੀ ਹੈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਗੁਰੂ ਕੇ ਸ਼ਬਦ ਦੇ ਰਾਹੀਂ ਆਪਣੇ ਆਤਮਿਕ ਜੀਵਨ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ। ਪ੍ਰਥਮ ਨਾ ਹੋਤੀ ਭਵਿਖ ਨਾ ਰਹੇ, ਮਦ ਕੁਤੋਂ ਸਾਚੀ ਤਿਸ ਇਹ ਕਹੇ। ਸਾਡੀ ਦੇਹ ਜੋ ਸਰੀਰ ਹੈ ਕਦੀ ਨਹੀਂ ਸੀ ਤੇ ਕਦੀ ਨਹੀਂ ਰਹੇਗਾ, ਤੇ ਜੇ ਪਹਿਲਾਂ ਨਹੀਂ ਸੀ ਬਾਅਦ ਚ ਨਹੀਂ ਹੈ ਤੇ ਹੁਣ ਵੀ ਇਹਦੀ ਕੀ ਮਹਾਨਤਾ ਹੈ। ਜੇ ਆਤਮਾ ਨਾ ਹੋਵੇ ਤੇ ਸਰੀਰ ਦੀ ਕੀ ਮਹਾਨਤਾ ਹੈ। ਇਸ ਕਰਕੇ ਪਹਿਲਾਂ ਵੀ ਇਹ ਨਹੀਂ ਸੀ, ਬਾਅਦ ਚ ਵੀ ਨਹੀਂ ਰਹਿਣਾ, ਤੇ ਜਿਹੜਾ ਮੱਧ ਦਾ ਸਮਾਂ ਹੈ ਉਦੋਂ ਆਪਾਂ ਇਸ ਨੂੰ ਹਮੇਸ਼ਾ ਇਹਦੇ ਨਾਲ ਜੁੜੇ ਰਹੀਏ। ਤੇ ਸਤਿਗੁਰੂ ਜੀ ਕਹਿੰਦੇ ਇਹ ਸਾਡਾ ਦੁਨਿਆਵੀ ਸੁਭਾਅ ਹੈ, ਪਰ ਜਿਹੜੇ ਪਰਮਹੰਸ ਨੇ ਉਹ ਸਰੀਰ ਤੋਂ ਉੱਚੇ ਉੱਠ ਕੇ ਆਤਮਿਕ ਜੀਵਨ ਜਿਉਂਦੇ ਹਨ। ਪੁਨ ਜੜ ਹੈ ਕੁਛ ਨਾਹਿ ਨਛਾਨੀ, ਤਿਨ ਦੁਖ ਰੂਪ ਲਹਿ ਮਨ ਜਾਨੀ। ਦੇਖੋ ਸਰੀਰ ਜੜ ਹੈ, ਜੇ ਇਹਦੇ ਚ ਆਤਮਾ ਨਾ ਹੋਵੇ ਸਰੀਰ ਜੜ ਹੈ। ਚੇਤਨਤਾ ਆਤਮਾ ਕਰਕੇ ਆਉਂਦੀ, ਇਹਦੇ ਚ ਕਿਰਿਆਸ਼ੀਲੀ ਆਤਮਾ ਕਰਕੇ ਹੁੰਦਾ, ਦੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਇਧਰ ਉਧਰ ਚੱਲਦਾ ਫਿਰਦਾ, ਉਹ ਸਿਰਫ ਆਤਮਾ ਕਰਕੇ ਹੈ। ਇਹ ਜੜ ਸਰੂਪ ਹੈ ਜੇ ਆਤਮਾ ਨਾ ਹੋਵੇ ਤਾਂ। ਇਸ ਕਰਕੇ ਇਹ ਸਰੀਰ ਬਦਲਦਾ ਰਹਿੰਦਾ, ਇਹ ਜੜ ਹੈ। ਤੇ ਜਿਹੜੇ ਆਤਮਿਕ ਜੀਵਨ ਦੇ ਗਿਆਤਾ ਹੁੰਦੇ ਨੇ ਉਹ ਸਰੀਰ ਦੇ ਮੋਹ ਤੋਂ ਉੱਚੇ ਉੱਠ ਜਾਂਦੇ ਹਨ। ਸਤਿ ਆਤਮਾ ਨਿਰਣੈ ਕਰਹਿ, ਪੂਰਬ ਹੁਤੋ ਦੇਹ ਬਹੁ ਧਰੈ। ਉਹ ਸਤ ਆਤਮਾ ਨੂੰ ਹੀ ਜਾਣਦੇ ਨੇ, ਆਤਮਿਕ ਜੀਵਨ ਨੂੰ ਹੀ ਸਤ ਸਮਝਦੇ ਨੇ। ਉਹਨਾਂ ਨੂੰ ਪਤਾ ਹੈ ਕਿ ਆਤਮਾ ਹਮੇਸ਼ਾ ਕਾਇਮ ਰਹਿਣ ਵਾਲੀ ਹੈ, ਆਤਮਾ ਕਦੀ ਮਰਦੀ ਨਹੀਂ ਹੈ। ਸਰੀਰ ਜਿਹੜਾ ਬਣਿਆ ਹੈ ਇਹ ਬਿਨਸਣਾ ਹੀ ਬਿਨਸਣਾ ਹੈ, ਇਹ ਕਦੀ ਸਦਾ ਕਾਇਮ ਨਹੀਂ ਰਹੇਗਾ। ਦੇਖੋ ਗਿਆਨ ਨਾ ਹੋਣ ਕਰਕੇ ਧਰਮ ਦੀ ਦੁਨੀਆ 'ਚ ਵੀ ਬਹੁਤਾਂਤ ਉਹਨਾਂ ਲੋਕਾਂ ਦੀ ਹੈ ਜਿਹੜੇ ਸਰੀਰਕ ਜੀਵਨ ਤੱਕ ਹੀ ਸੀਮਤ ਨੇ। ਸਰੀਰ ਨੂੰ ਕਾਇਮ ਰੱਖਣ ਦੇ ਲਈ ਸਾਡੀਆਂ ਅਰਦਾਸਾਂ ਨੇ। ਵੱਡੇ ਵੱਡੇ ਜੋਗੀਆਂ ਸਿੱਧਾਂ ਦੇ ਜਿਤਨੇ ਤਪ ਨੇ, ਸਾਧਨਾ ਹੈ, ਉਹ ਇਸ ਸਰੀਰ ਨੂੰ ਕਾਇਮ ਰੱਖਣ ਲਈ ਕਿ ਉਮਰ ਵੱਧ ਜਾਏ, ਸਾਡੀ ਆਰਜਾ ਲੰਮੀ ਹੋ ਜਾਏ, ਅਸੀਂ ਤੰਦਰੁਸਤ ਰਹੀਏ। ਤੰਦਰੁਸਤ ਰਹਿਣ ਲਈ ਯਤਨ ਕਰਨਾ ਤੇ ਬਹੁਤ ਚੰਗੀ ਗੱਲ ਹੈ, ਲੇਕਿਨ ਸਾਡੀ ਉਮਰ ਬਹੁਤ ਵੱਡੀ ਹੋ ਜਾਏ। ਸਾਡੇ ਸਮਾਜ ਵਿੱਚ ਤਾਂ ਅਸੀਸਾਂ ਹੀ ਇਹੋ ਜਿਹੀਆਂ ਨੇ, ਤੂੰ ਲੰਮੀ ਉਮਰ ਮਾਣੇ, ਤੂੰ ਸਦਾ ਜਿਉਂਦਾ ਰਹੇ। ਇਸ ਕਰਕੇ ਕਿਉਂਕਿ ਅਸੀਂ ਸਰੀਰ ਨੂੰ ਹੀ ਸੱਤ ਸਮਝਦੇ ਹਾਂ, ਸਰੀਰ ਦਾ ਹੀ। ਕਿਤੇ ਬਹੁਤ ਵਿਰਲੇ ਕਿਸੇ ਭਾਗਾਂ ਵਾਲੇ ਰੱਬੀ ਪਿਆਰੇ ਨੇ ਅਸੀਸ ਦਿੱਤੇ ਹੋ ਕਿ ਤੂੰ ਆਤਮਿਕ ਆਨੰਦ ਮਾਣੇ, ਤੂੰ ਆਤਮਿਕ ਸੁੱਖ ਮਾਣੇ, ਤੂੰ ਆਤਮਿਕ ਜੀਵਨ ਦਾ ਜੀਵਨ। ਗੁਰਬਾਣੀ ਨੇ ਇਹ ਨੇ ਕਿ ਜਿਹੜਾ ਸਰੀਰ ਕੇਵਲ ਦੁਨਿਆਵੀ ਵਿਕਾਰਾਂ ਤੱਕ ਸੀਮਤ ਹੈ, ਇਹ ਸਾਡਾ ਰੂਪ ਨਹੀਂ ਹੈ। ਮਨ ਵੀ ਸਾਡਾ ਰੂਪ ਨਹੀਂ ਹੈ। ਮਨ ਵੀ ਜਿਹੜਾ ਹੈ ਉਹ ਸਰੀਰ ਨਾਲ ਜੁੜ ਕੇ ਦੁਨਿਆਵੀ ਗੁਣਾ ਔਗੁਣਾ ਤੱਕ ਜੁੜਿਆ ਰਹਿੰਦਾ ਹੈ, ਬੁਰਾਈਆਂ ਤੱਕ ਜੁੜਿਆ ਰਹਿੰਦਾ ਹੈ। ਇਹ ਗੱਲ ਸਮਝ ਲੈਂਦੇ ਨੇ ਰੱਬ ਦੇ ਪਿਆਰੇ। ਪਰਮ ਹੰਸ ਸੋ ਕਹੀਐ ਰੂਪ, ਸਤ ਚੇਤਨ ਆਨੰਦ ਅਨੂਪ। ਸੋ ਇਹ ਹੈ ਪਰਮਹੰਸ ਦਾ ਰੂਪ, ਕਿ ਪਰਮਹੰਸ ਜਿਹੜਾ ਸਤ ਚੇਤਨ ਜੋ ਆਨੰਦ ਸਰੂਪ ਪਰਮਾਤਮਾ ਹੈ, ਉਹਦਾ ਰੂਪ ਬਣ ਜਾਂਦਾ। ਭਾਈ ਗੁਰਦਾਸ ਜੀ ਕੋਲ ਵੀ ਇਹ ਸਵਾਲ ਆਇਆ ਕਿ ਪਰਮਹੰਸ ਕਿਉਂ ਕਹਿੰਦੇ ਨੇ। ਹੰਸਾਂ ਦੀ ਤੇ ਵਡਿਆਈ ਸੁਣੀ ਹੈ ਕਿ ਹੰਸ ਮੋਤੀ ਚੁਗਦੇ ਨੇ, ਹੰਸ ਜਿਹੜੇ ਨੇ ਉਹ ਦੁੱਧ ਨੂੰ ਪਾਣੀ ਨੂੰ ਵੱਖਰਿਆਂ ਕਰ ਲੈਂਦੇ ਨੇ, ਪਰ ਪਰਮਹੰਸ ਦਾ ਰੁਤਬਾ ਦੇ ਦਿੱਤਾ ਹੈ। ਭਾਈ ਸਾਹਿਬ ਜੀ ਨੇ ਬਚਨ ਕਿ ਮਾਨ ਸਰ ਹੰਸ ਸਾਧ ਸੰਗ ਪਰਮਹੰਸ, ਧਰਮਸਾਰ ਧਰਮ ਤੁਝਾ ਚੱਲ ਆਵੇ। ਕਿ ਦੁਨੀਆ ਦੇ ਲੋਕੋ ਮਾਨ ਸਰੋਵਰ ਤੇ ਰਹਿਣ ਵਾਲੇ ਤੇ ਹੰਸ ਨੇ, ਪਰ ਸਾਧ ਸੰਗਤ ਵੀ ਜਿਹੜੇ ਆਉਂਦੇ ਇਹ ਪਰਮਹੰਸ ਨੇ, ਇਹ ਧਰਮ ਦੀ ਤੁਜਾ ਨੇ। ਤੁਜਾ ਕਹਿੰਦੇ ਝੰਡੇ ਨੂੰ, ਝੰਡਾ ਜਿਹਨੂੰ ਆਪਾਂ ਨਿਸ਼ਾਨ ਸਾਹਿਬ ਕਹਿੰਦੇ, ਨੂੰ ਝੰਡਾ ਕਿਹਾ ਜਾਂਦਾ। ਇਹ ਝੰਡਾ ਝੂਲ ਰਿਹਾ ਨਾ, ਦੂਰੋਂ ਪਤਾ ਲੱਗਦਾ ਕਿ ਇੱਥੇ ਗੁਰਦੁਆਰਾ ਸਾਹਿਬ ਹੈ। ਇਹ ਝੂਲਦਾ ਝੰਡਾ ਕਿਸੇ ਜਾਗਦੀ ਕੌਮ ਦਾ ਪ੍ਰਤੀਕ ਹੋਇਆ ਕਰਦਾ ਹੈ, ਇਹ ਕੌਮ ਦਾ ਸਵੈਮਾਨ ਹੋਇਆ ਕਰਦਾ ਹੈ। ਇਹ ਝੂਲਦਾ ਝੰਡਾ ਜਿਹੜਾ ਹੈ ਗੁਰਦੁਆਰੇ ਦੀ ਪਹਿਚਾਣ ਕਰਾਉਂਦਾ ਹੈ, ਕਿਸੇ ਵੀ ਮਤ ਦਾ ਝੰਡਾ ਜਿਹੜਾ ਉਹਦੀ ਪਹਿਚਾਣ ਕਰਾਉਂਦਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਆ ਜਿਹੜੇ ਸਤ ਸੰਗਤ ਵਿੱਚ ਬੈਠੇ ਨੇ ਇਹ ਧਰਮ ਦੀ ਤੁਜਾ ਨੇ, ਇਹ ਪਰਮਹੰਸ ਨੇ। ਤੇ ਕਿਸੇ ਨੇ ਸਵਾਲ ਕੀਤਾ ਕਿ ਇਹ ਪਰਮਹੰਸ ਕਿਵੇਂ? ਹੰਸਾਂ ਦਾ ਤੇ ਸੁਣਿਆ ਹੈ ਕਿ ਉਹ ਮੋਤੀ ਚੁਗਦੇ ਨੇ, ਹੰਸਾਂ ਦਾ ਸੁਣਿਆ ਹੈ ਕਿ ਉਹਨਾਂ 'ਚ ਖੂਬੀ ਹੈ ਕਿ ਦੁੱਧ ਪ੍ਰਵਾਨ ਕਰ ਲੈਂਦੇ, ਪਾਣੀ ਤਿਆਗ ਦਿੰਦੇ, ਤੇ ਇਹਨਾਂ ਦੀ ਕੀ ਵਡਿਆਈ ਹੈ? ਜਿਨ੍ਹਾਂ ਨੂੰ ਪਰਮਹੰਸ ਕਹਿਤਾ ਇਹਨਾਂ ਦੀ ਕੀ ਖੂਬੀ ਹੈ? ਭਾਈ ਸਾਹਿਬ ਜੀ ਨੇ ਬਚਨ ਕਿ ਉਤ ਆਹਾਰ ਮੁਕ ਤਾਹਲ ਦੁਤੀਆ ਨਾਸਤ,
ਕਿ ਜਿਹੜੇ ਮਾਨ ਸਰੋਵਰ ਤੇ ਰਹਿੰਦੇ ਨੇ ਉਹ ਮੋਤੀਆਂ ਦਾ ਆਹਾਰ ਕਰਦੇ ਨੇ। ਮੁਕਤਾਹਲ ਕਹਿੰਦੇ ਮੋਤੀਆਂ ਨੂੰ, ਆਹਾਰ ਕਹਿੰਦੇ ਭੋਜਨ ਨੂੰ। ਦੁਤੀਆ ਨਾਸਤ, ਹੋਰ ਕਿਸੇ ਨੂੰ ਨਹੀਂ ਪ੍ਰਵਾਨ ਕਰਦੇ, ਦੂਜਾ ਨਹੀਂ ਪ੍ਰਵਾਨ ਕਰਦੇ। ਇਤ ਉਤ ਆਹਾਰ ਮੁਕਤਾਹਲ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਵੇ। ਇੱਥੇ ਗੁਰੂ ਕਾ ਸਿੱਖ ਜਿਹੜਾ ਹੁੰਦਾ, ਜਿਹਨੂੰ ਪਰਮਹੰਸ ਕਿਹਾ ਨਾ, ਇਹ ਗੁਰੂ ਕੇ ਸ਼ਬਦ ਤੋਂ ਬਿਨਾਂ ਕੁਝ ਨਹੀਂ ਸੁਣਦਾ। ਇਹ ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜਦਾ ਹੈ। ਇਹਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕਉ ਮੀਠਾ, ਉਹਨਾਂ ਨੂੰ ਕੋਈ ਵਧੀਆ ਨਹੀਂ ਲੱਗਦਾ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਮਾਨ ਸਰੋਵਰ ਤੇ ਹੰਸ ਹੈ, ਉਹਦੇ ਬਾਰੇ ਕਹਿੰਦੇ ਨੇ ਕਿ ਉਹ ਤਾਂ ਖੀਰ ਨੀਰ ਨਿਰਵਾਰੂ ਕਹਿ ਬਖਾਨੀਅਤ। ਖੀਰ ਕਹਿੰਦੇ ਦੁੱਧ ਨੂੰ, ਨੀਰ ਕਹਿੰਦੇ ਪਾਣੀ ਨੂੰ। ਕਿ ਮਾਨ ਸਰੋਵਰ ਵਾਲਾ ਹੰਸ ਪਾਣੀ ਨੂੰ ਤੇ ਦੁੱਧ ਨੂੰ ਵੱਖਰਿਆਂ ਵੱਖਰਿਆਂ ਕਰ ਲੈਂਦਾ ਹੈ। ਉਹਦੀ ਚੁੰਝ 'ਚ ਕੋਈ ਖਟਾਸ ਹੁੰਦੀ, ਚੁੰਝ ਮਾਰਦਾ, ਦੁੱਧ ਫਟ ਜਾਂਦਾ ਹੈ। ਔਰ ਉਹ ਦਹੀਂ ਜਿਹੜਾ ਦੁੱਧ ਹੈ ਉਹਨੂੰ ਲੈ ਲੈਂਦਾ ਹੈ ਤੇ ਬਾਕੀ ਪਾਣੀ ਨੂੰ ਤਿਆਗ ਦਿੰਦਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਆਉਂਦੇ ਨਾ, ਇਤ ਗੁਰਮਤ ਦੁਰਮਤ ਸਮਝਾਵੇ। ਇਹ ਗੁਰੂ ਕੇ ਸ਼ਬਦ ਨਾਲ ਜੁੜ ਕੇ ਗੁਰਮਤ ਤੇ ਦੁਰਮਤ ਦੀ ਪਹਿਚਾਣ ਕਰ ਲੈਂਦੇ ਨੇ। ਕਿਹੜੀ ਚੀਜ਼ ਦੁਰਮਤ ਹੈ, ਜਿਹੜੀ ਸਾਡੀ ਮਤ ਨੂੰ ਵਿਗਾੜਦੀ ਹੈ, ਉਹਨੂੰ ਤਿਆਗ ਦਿੰਦੇ ਨੇ। ਇਹ ਮਨਮਤ ਨੂੰ ਤਿਆਗਦੇ ਨੇ, ਗੁਰਮਤ ਨੂੰ ਗ੍ਰਹਿਣ ਕਰ ਲੈਂਦੇ ਨੇ। ਇਹ ਸਵਾਲ ਕਰਨ ਵਾਲਾ ਕਹਿਣ ਲੱਗਾ ਕਿ ਗੱਲ ਤੇ ਕੁਝ ਹੀ ਹੋਈ, ਜਿਹੜੇ ਸਰੋਵਰ ਤੇ ਨੇ ਉਹ ਮੋਤੀ ਚੁਗਦੇ ਨੇ ਤੇ ਇਹ ਗੁਰੂ ਕਾ ਸ਼ਬਦ ਸੁਣਦੇ ਨੇ, ਇੱਕੋ ਜਿਹਾ ਹੀ ਗੁਣ ਹੋਇਆ। ਜਿਹੜੇ ਸਰੋਵਰ ਤੇ ਨੇ ਉਹ ਦੁੱਧ ਪਾਣੀ ਨੂੰ ਵੱਖਰੀਆਂ ਵੱਖਰੀਆਂ ਕਰ ਲੈਂਦੇ ਨੇ, ਇਹ ਦੁਰਮਤ ਗੁਰਮਤ ਨੂੰ ਵੱਖਰੀਆਂ ਵੱਖਰੀਆਂ ਕਰ ਲੈਂਦੇ ਨੇ। ਤੁਸੀਂ ਇਹਨਾਂ ਨੂੰ ਪਰਮਹੰਸ ਕਿਹਾ, ਇਹਨਾਂ ਦੀ ਵਡਿਆਈ ਕੀ ਹੈ? ਭਾਈ ਸਾਹਿਬ ਜੀ ਨੇ ਅਗਲੀ ਗੱਲ ਕਹੀ, ਬੜੀ ਕਮਾਲ ਦੀ। ਕਹਿਣਗੇ ਜਿਹੜਾ ਸਰੋਵਰ ਤੇ ਹੰਸ ਹੈ ਨਾ, ਉੱਥੇ ਕਾਂ, ਉੱਥੇ ਬਗਲਾ ਅਜੇ ਨਾ, ਬਗਲਾ ਹੰਸ ਵਰਗਾ ਹੁੰਦਾ ਹੈ, ਲੇਕਿਨ ਸਰੋਵਰ ਵਾਲਾ ਹੰਸ ਉਸ ਬਗਲੇ ਨੂੰ ਹੰਸ ਨਹੀਂ ਬਣਾ ਸਕਦਾ। ਸਰੋਵਰ ਤੇ ਬਗਲਾ ਚਲਿਆ ਜਾਏ, ਉੱਥੇ ਬਗਲਾ ਹੀ ਰਹੇਗਾ, ਉਹ ਡੱਡੀਆਂ ਮੱਛੀਆਂ ਹੀ ਖਾਏਗਾ, ਉਹਦੀ ਖੁਰਾਕ ਮੋਤੀ ਨਹੀਂ ਬਣੇਗੀ। ਭਾਈ ਸਾਹਿਬ ਜੀ ਨੇ ਬਚਨ ਕਿ ਉਤ ਬਗ ਹੰਸ ਮੰਸ ਦੁਬਦਾ ਨਾ ਮੇਟ ਸਕੇ। ਪਿਆਰਿਆ, ਜਿਹੜਾ ਮਾਨ ਸਰੋਵਰ ਤੇ ਹੰਸ ਹੈ ਨਾ, ਉਹ ਬਗਲੇ ਤੇ ਹੰਸ ਦੇ ਵਖਰੇਵੇਂ ਨੂੰ ਦੂਰ ਨਹੀਂ ਕਰ ਸਕਦਾ। ਬਗਲਾ ਬਗਲਾ ਹੀ ਰਹੇਗਾ ਉਹਦੇ ਵਿੱਚ ਜਾ ਕੇ, ਉਹਦੇ 'ਚ ਕੋਈ ਤਬਦੀਲੀ ਨਹੀਂ ਆਏਗੀ। ਤੇ ਜਿਨ੍ਹਾਂ ਨੂੰ ਪਰਮਹੰਸ ਕਿਹਾ, ਇਹਨਾਂ ਨੇ ਪਤਾ ਕੀ ਵਡਿਆਈ ਹੈ? ਇਤ ਕਾਗ ਪਾਗ ਸਮ ਰੂਪ ਕਹਿ ਦਿਖਾਵੇ। ਉਹ ਭਲਿਆ ਇੱਥੇ ਕਾਂ ਵੀ ਚੱਲ ਕੇ ਆ ਜਾਣ। ਕਾਂ ਬਾਹਰੋਂ ਵੀ ਕਾਲਾ ਤੇ ਅੰਦਰੋਂ ਵੀ ਮੈਲਾ, ਉਹਦੀ ਬਿਰਤੀ ਮੈਲੀ, ਗੰਦਗੀ 'ਚ ਮੂੰਹ ਮਾਰਦਾ ਫਿਰਦਾ, ਬਾਹਰੋਂ ਵੀ ਕਾਲਾ। ਇੱਥੇ ਕਾਂ ਵੀ ਚੱਲ ਕੇ ਆ ਜੇ, ਮਨਮੁਖ ਬਿਰਤੀ ਦਾ ਬੰਦਾ ਚੱਲ ਕੇ ਆ ਜੇ, ਗੁਰੂ ਕੀ ਸੰਗਤ 'ਚ ਆਏ, ਗੁਰੂ ਕੀ ਸੰਗਤ 'ਚ ਮਨ ਕਰਕੇ। ਇਤ ਕਾਗ ਪਾਗ ਸਮ ਰੂਪ ਕਹਿ ਦਿਖਾਵੇ। ਇਹ ਗੁਰੂ ਕੇ ਪਰਮਹੰਸ ਆਪਣੀ ਸੰਗਤ ਵਿੱਚ ਆਏ ਹੋਏ ਕਾਵਾਂ ਨੂੰ ਵੀ ਹੰਸ ਬਣਾ ਲੈਂਦੇ। ਇੱਥੇ ਕਾਗੋ ਹੰਸ ਕਰੇ ਦੀ ਅਵਸਥਾ ਹੈ, ਇਸ ਕਰਕੇ ਇਹਨਾਂ ਨੂੰ ਪਰਮਹੰਸ ਕਿਹਾ। ਸਤਿਗੁਰੂ ਸਾਹਿਬ ਜੀ ਵੀ ਸਮਝਾ ਰਹੇ ਨੇ ਕਿ ਜਿਹੜੇ ਹੰਸ ਨੇ ਉਹ ਤੇ ਕੇਵਲ ਮੋਤੀ ਚੁਗਦੇ ਨੇ, ਤੇ ਇਹ ਗੁਰੂ ਕਾ ਸਿੱਖ ਜਿਹੜਾ ਹੈ ਨਾ, ਇਹ ਕੇਵਲ ਗੁਰੂ ਕਾ ਸ਼ਬਦ ਸੁਣਦਾ ਹੈ। ਜਿਹੜੇ ਹੰਸ ਨੇ ਉਹ ਕੇਵਲ ਦੁੱਧ ਪ੍ਰਵਾਨ ਕਰਦੇ, ਪਾਣੀ ਨੂੰ ਤਿਆਗ ਦਿੰਦੇ ਨੇ। ਗੁਰੂ ਕੇ ਸਿੱਖ ਸਤ ਸੰਗਤ 'ਚ ਆ ਕੇ ਗੁਰੂ ਕੇ ਸ਼ਬਦ ਦੇ ਰਾਹੀਂ ਸਤ ਅਸਤ ਦਾ ਗਿਆਨ, ਸਤ ਕੀ ਹੈ ਤੇ ਅਸਤ ਕੀ ਹੈ। ਆਤਮਾ ਸਤ ਹੈ, ਸਰੀਰ ਸਤ ਨਹੀਂ ਹੈ, ਇਹ ਅਸਤ ਹੈ, ਇਹ ਬਿਨਸਨਹਾਰ ਹੈ। ਇਹ ਗਿਆਨ ਪ੍ਰਾਪਤ ਕਰਕੇ ਗੁਰੂ ਕੇ ਸਿੱਖ ਹਮੇਸ਼ਾ ਆਪਣੇ ਆਤਮਿਕ ਆਨੰਦ ਨੂੰ ਮਾਣਦੇ ਹਨ। ਤਨ ਤੇ ਨਿਆਰੇ ਜਾਣੇ ਐਸੇ, ਮੰਦਿਰ ਬਿਖੇ ਬਸੇ ਕੋ ਜੈਸੇ। ਤੇ ਉਹ ਹਮੇਸ਼ਾ ਹੀ ਆਪਣੇ ਆਪ ਨੂੰ, ਆਤਮਾ ਨੂੰ ਤਨ ਤੋਂ ਵੱਖਰੀਆਂ ਗਿਣਦੇ ਨੇ। ਇਸ ਤਰ੍ਹਾਂ ਦੀ ਉਹਨਾਂ ਦੀ ਸੁਰਤ ਬਣ ਜਾਂਦੀ ਹੈ। ਤਿਸ ਕੋ ਆਪਣਾ ਰੂਪ ਪਛਾਨੈ, ਤਨ ਹੰਤਾ ਨਿਰਣੈ ਕਰ ਹਾਨੈ। ਉਹ ਆਪਣੇ ਆਤਮਾ ਨੂੰ ਆਪਣਾ ਰੂਪ ਜਾਣਦੇ ਨੇ, ਆਤਮਿਕ ਜੀਵਨ ਨੂੰ ਉਹ ਅਸਲੀ ਸਮਝਦੇ ਨੇ। ਇਸ ਕਰਕੇ ਉਹ ਸਰੀਰ ਦਾ ਹੰਕਾਰ ਨਹੀਂ ਕਰਦੇ, ਸਰੀਰ ਦਾ ਮੋਹ ਨਹੀਂ ਕਰਦੇ। ਤਨ ਹੰਗਤਾ ਦਾ ਅਰਥ ਹੈ ਕਿ ਸਰੀਰ ਦੀ ਪਕੜ ਨਹੀਂ ਕਰਦੇ, ਸਰੀਰ ਨੂੰ ਸੰਭਾਲਦੇ ਨੇ, ਪਰ ਉਹ ਸਰੀਰ ਦੇ ਮੋਹ ਤੋਂ ਉੱਚੇ ਉੱਠ ਕੇ ਆਤਮਿਕ ਆਨੰਦ ਨੂੰ ਮਾਣਦੇ ਨੇ। ਸਮ ਮੰਦਿਰ ਕੇ ਜਾਣੈ ਨਿਆਰੋ, ਜੀਰਨ ਹੋਏ ਤਿਆਗ ਪਧਾਰੋ। ਉਹ ਸਰੀਰ ਨੂੰ ਕੇਵਲ ਮੰਦਰ ਗਿਣਦੇ ਨੇ। ਜਿਵੇਂ ਅਸੀਂ ਘਰ ਵਿੱਚ ਰਹਿੰਦੇ ਆ, ਘਰ ਪੁਰਾਣਾ ਹੋ ਜਾਂਦਾ, ਬਦਲਣਾ ਪੈਂਦਾ, ਢਾਹ ਕੇ ਅਸੀਂ ਫਿਰ ਨਵਾਂ ਵੀ ਬਣਾ ਲੈਂਦੇ ਆ।
ਹੁਣ ਅਸੀਂ ਘਰ ਤਾਂ ਨਹੀਂ ਨਾ, ਘਰ ਤੇ ਇੱਕ ਟਾਈਮ ਪਾਸ ਕਰਨ ਲਈ ਮਿਲਿਆ ਹੈ, ਜੀਵਨ ਵਿੱਚ ਪਰਿਵਾਰ ਸਮੇਤ ਰਹਿ ਕੇ ਜੀਵਨ ਬਸਰ ਕਰਨ ਲਈ ਮਿਲਿਆ ਘਰ। ਅਸੀਂ ਘਰ ਨਹੀਂ ਆ। ਇਹ ਸਰੀਰ ਘਰ ਹੈ, ਸਰੀਰ ਜੀਵਨ ਨਹੀਂ ਹੈ, ਸਰੀਰ ਘਰ ਹੈ। ਰੱਬ ਦੇ ਪਿਆਰੇ ਇਸ ਸਰੀਰ ਨੂੰ ਘਰ ਸਮਝ ਕੇ ਸੰਭਾਲਦੇ ਨੇ, ਪਰ ਸਰੀਰ ਦਾ ਮੋਹ ਨਹੀਂ ਕਰਦੇ। ਉਹ ਸਰੀਰ ਤੋਂ ਉੱਚੇ ਉੱਠ ਕੇ ਆਤਮਿਕ ਜੀਵਨ ਨੂੰ ਮੰਨਦੇ ਨੇ, ਤੇ ਜੇ ਲੋੜ ਪੈ ਜੇ ਉਸ ਸਰੀਰ ਨੂੰ ਤਿਆਗਣ ਲੱਗੇ ਆ। ਜਿੱਦਾਂ ਘਰ ਨੂੰ ਅਸੀਂ ਬਦਲਦੇ ਆ ਤੇ ਨਵਾਂ ਘਰ ਲੈ ਲੈਨੇ ਆਪਾਂ, ਇਵੇਂ ਸਰੀਰ ਨੂੰ, ਜਿਵੇਂ ਅਸੀਂ ਕੱਪੜਾ ਪਾਉਂਦੇ ਆ ਸਰੀਰ ਤੇ, ਕੱਪੜਾ ਜਿਹੜਾ ਹੈ ਉਹ ਮੈਲਾ ਹੋ ਜੇ ਬਦਲਣਾ ਪੈਂਦਾ, ਪਾੜ ਜੇ ਬਦਲਣਾ ਪੈਂਦਾ। ਹੁਣ ਕੋਈ ਬੰਦਾ ਕਹੇ ਜੀ ਕੱਪੜਾ ਹੀ ਨਹੀਂ ਬਦਲਣਾ ਮੈਂ, ਹੁਣ ਕੱਪੜਾ ਨਹੀਂ ਬਦਲਾਂਗੇ ਉਹ ਪੁਰਾਣਾ ਹੋ ਜਾਏਗਾ, ਉਹਦੀਆਂ ਲੀਰਾਂ ਲਮਕਣੀਆਂ ਸ਼ੁਰੂ ਹੋ ਜਾਣਗੀਆਂ, ਉਹ ਤੁਹਾਨੂੰ ਠੰਡ ਤੋਂ, ਤੁਹਾਨੂੰ ਗਰਮੀ ਤੋਂ ਬਚਾ ਨਹੀਂ ਸਕੇਗਾ, ਉਹ ਤੁਹਾਡਾ ਪਰਦਾ ਨਹੀਂ ਢੱਕ ਸਕੇਗਾ। ਸਰੀਰ ਇੱਕ ਕੱਪੜਾ ਹੈ, ਇਹ ਤੇ ਸਮੇਂ ਅਨੁਸਾਰ ਪੁਰਾਣਾ ਹੋਣਾ ਹੈ, ਇਹ ਤੇ ਸਮੇਂ ਅਨੁਸਾਰ ਬਦਲਦਾ ਰਹਿਣਾ ਹੈ। ਜਦੋਂ ਅਸੀਂ ਧਰਮ ਦੀ ਦੁਨੀਆ 'ਚ ਵੀ ਨਜ਼ਰ ਮਾਰਦੇ ਹਾਂ ਨਾ, ਬਹੁਤਾਤ ਉਹਨਾਂ ਲੋਕਾਂ ਦੀ ਜਿਹੜੇ ਸਰੀਰ ਤੋਂ ਅੱਗੇ ਨਾ ਵੱਧ ਸਕੇ। ਆ ਕਥਾ ਕਹਾਣੀਆਂ ਨਹੀਂ ਪੜ੍ਹਦੇ, ਦੇਵਤਿਆਂ ਨੇ, ਦੈਂਤਾਂ ਨੇ ਸਮੁੰਦਰ ਰੜਕਿਆ, ਉੱਥੋਂ ਇੱਕ ਅੰਮ੍ਰਿਤ ਨਿਕਲਿਆ, ਕਹਿੰਦੇ ਜਿਹੜਾ ਅੰਮ੍ਰਿਤ ਪੀ ਲਿਓ ਅਮਰ ਹੋ ਜਾਂਦਾ। ਦੇਵਤਿਆਂ ਦੈਂਤਾਂ ਦੀ ਲੜਾਈ ਹੋ ਗਈ। ਉਹ ਅੰਮ੍ਰਿਤ ਨੂੰ ਸੋਚਦੇ ਨੇ ਕਿ ਪੀਣ ਨਾਲ ਸਰੀਰ ਅਮਰ ਹੋ ਜਾਂਦਾ। ਇਹੋ ਜਿਹਾ ਕੋਈ ਅੰਮ੍ਰਿਤ ਨਹੀਂ ਜਿਹੜਾ ਤੁਹਾਡੇ ਸਰੀਰਕ ਜੀਵਨ ਨੂੰ ਅਮਰ ਕਰੇ, ਇਹੋ ਜਿਹਾ ਕੋਈ ਅੰਮ੍ਰਿਤ ਨਹੀਂ। ਇਸਲਾਮ ਜਗਤ ਵਿੱਚ ਇੱਕ ਕਹਾਣੀ ਪ੍ਰਚਲਿਤ ਹੈ ਕਿ ਆਬੇ ਹਾਤ ਇੱਕ ਕੌਂਸਰ ਦਾ ਚਸ਼ਮਾ, ਉੱਥੋਂ ਆਬੇ ਹਾਤ ਮਿਲਦਾ। ਅੰਮ੍ਰਿਤ ਨੂੰ ਆਬੇ ਹਾਤ ਕਿਹਾ ਜਾਂਦਾ ਹੈ, ਜਿਹੜਾ ਉਹਨੂੰ ਪੀ ਲੇ ਉਹ ਸਦਾ ਲਈ ਜਿਉਂਦਾ ਹੋ ਜਾਂਦਾ ਹੈ। ਇੱਕ ਕਹਾਣੀ ਹੈ ਪ੍ਰਚਲਿਤ ਕਿ ਸਿਕੰਦਰ ਜਿਹੜਾ ਕਹਿੰਦੇ ਸੰਸਾਰ ਦਾ ਜੇਤੂ ਸੀ, ਉਹ ਤੁਰ ਪਿਆ ਲੱਭਣ ਦੇ ਲਈ ਉਸ ਚਸ਼ਮੇ ਨੂੰ। ਕਹਿੰਦੇ ਜਦੋਂ ਭਰ ਕੇ ਪੀਣ ਲੱਗਾ ਨਾ, ਇੱਕ ਗਿਲਜ ਸੀ ਬੜੀ ਬੁੱਢੀ ਜਿਹੀ, ਸਰੀਰ ਉਹਦਾ ਰੋਗੀ, ਸਰੀਰ ਚੋਂ ਖੂਨ ਵਗੇ, ਐਨ ਸਰੀਰ ਜਿਹੜਾ ਸੀ ਪੁਰਾਣਾ ਹੋਇਆ ਪਿਆ। ਇਹਦੇ ਵੱਲ ਦੇਖ ਕੇ ਹੱਸ ਪਈ, ਕਹਿਣ ਲੱਗੀ ਮੈਂ ਵੀ ਪੀਤਾ, ਤੂੰ ਵੀ ਪੀ ਲੈ, ਮੈਂ ਤੇ ਬੜੀ ਦੁਖੀ ਹਾਂ, ਸਰੀਰ ਛੁੱਟਦਾ ਹੀ ਨਹੀਂ ਹੁਣ, ਬੜੀ ਦੁਖੀ ਹਾਂ, ਤੂੰ ਵੀ ਪੀ ਲੈ, ਤੈਨੂੰ ਪਤਾ ਲੱਗ ਜਾਏਗਾ। ਇਹਨੇ ਡੋਲ ਦਿੱਤਾ। ਇਹ ਕਹਾਣੀ ਸਮਝਾਉਣ ਲਈ ਹੈ। ਉਹ ਗਿਲਜ ਦਾ ਰਸ ਕੀ ਹੈ, ਉਹ ਮਨੁੱਖ ਦੀ ਮੱਤ ਸਮਝਾਉਂਦੀ ਉਹਨੂੰ। ਸਰੀਰ ਨੂੰ ਕਿੰਨਾ ਚਿਰ ਅਸੀਂ ਕਾਇਮ ਰੱਖ ਸਕਾਂਗੇ? ਸਮੇਂ ਦੇ ਨਾਲ ਇਹ ਤੇ ਪੁਰਾਣਾ ਹੋਣਾ ਹੀ ਹੋਣਾ। ਜਿਨ੍ਹਾਂ ਨੇ ਯਤਨ ਕੀਤਾ ਨਾ ਕਾਇਮ ਰੱਖਣ ਦਾ, ਉਹ ਕਾਮਯਾਬ ਨਹੀਂ ਹੋ ਸਕੇ। ਕਿੰਨੇ ਸਾਲ ਰੱਖ ਲੋਗੇ? ਆਖਰ ਕੋਈ ਕੱਪੜਾ ਹੈ ਨਾ, ਤੁਸੀਂ ਨਾਮ ਹੀ ਪਹਿਨੋ ਉਹਨੂੰ, ਕੋਈ ਕੱਪੜਾ ਉਹਨੂੰ ਨਾ ਪਹਿਨੋ, ਰੱਖ ਛੱਡੋ। ਸਮੇਂ ਦੇ ਨਾਲ ਆਪਣੇ ਆਪ ਹੀ ਆਪਾਂ ਦੇਖਦੇ ਹਾਂ ਉਹ ਪੁਰਾਣਾ ਹੋ ਕੇ ਨਾ ਬੋਧਾ ਜਿਹਾ ਹੋ ਜਾਏਗਾ, ਉਹ ਆਪਣੇ ਆਪ ਫਟਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਸਰੀਰ ਨੂੰ ਕਿੰਨਾ ਕੁ ਰੱਖ ਲੋਗੇ? ਤੇ ਜਾਣਾ ਹੀ ਹੈ, ਸਰੀਰ ਇੱਕ ਕੱਪੜਾ ਹੈ। ਇਸ ਸਰੀਰ ਨੂੰ ਨਾ ਬਦਲਣਾ ਜਾਂ ਇਹਨੂੰ ਰੱਖਣ ਦੀ ਜਿੱਦ ਕਰਨਾ, ਇਹ ਕੋਈ ਸਿਆਣਪ ਨਹੀਂ ਹੈ, ਤੇ ਵਾਹਿਗੁਰੂ ਜੀ ਦੇ ਹੁਕਮ 'ਚ ਮਿਲਿਆ। ਹਾਂ, ਜਿਸ ਕੰਮ ਲਈ ਸਰੀਰ ਮਿਲਿਆ ਹੈ, ਜੇ ਉਸ ਕੰਮ ਵਾਲਾ ਅਸੀਂ ਲੱਗ ਗਏ, ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੌਰ ਨਾ ਹੋਏਗੋ ਫੇਰਾ। ਇਸ ਸਰੀਰ ਰੂਪੀ ਘਰ 'ਚ ਰਹਿੰਦਿਆਂ ਹੋਇਆਂ ਆਪਾਂ ਉਸ ਨਿਜ ਘਰ ਵੱਲ ਵਧਣਾ ਹੈ। ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਦੀ ਇੱਕ ਬੜੀ ਪਿਆਰੀ ਗੱਲ ਹੈ। ਅੰਮ੍ਰਿਤ ਵੇਲੇ ਸਤਿਗੁਰ ਜੀ ਦੇ ਲਈ ਜਲ ਲੈ ਕੇ ਆ ਰਹੇ ਨੇ, ਠੇਡਾ ਲੱਗ ਗਿਆ, ਡਿੱਗ ਪਏ। ਲਾਗੇ ਘਰ ਸੀ, ਪਤੀ ਪਤਨੀ ਗੱਲਾਂ ਕਰਦੇ ਕਿ ਸਵੇਰੇ ਸਵੇਰੇ ਚੋਰ ਆ ਗਏ, ਕਿਤੇ ਖੜਾਕ ਹੋਇਆ। ਪਤਨੀ ਕਹਿਣ ਲੱਗੀ ਚੋਰ ਨਹੀਂ, ਇਹ ਤੇ ਅਮਰੂ ਨਿਥਾਵਾਂ ਹੈ, ਨਾ ਦਿਨੇ ਚੈਨ ਨਾ ਰਾਤ ਚੈਨ, ਕੁੜਮਾਂ ਦੇ ਘਰ 'ਚ ਰੋਟੀਆਂ ਦੀ ਖਾਤਰ ਬੁੱਤੀਆਂ ਕਰ ਰਹੇ। ਬਾਬਾ ਅਮਰਦਾਸ ਜੀ ਦੇ ਕੰਨੀ ਆਵਾਜ਼ ਵੀ ਕਹਿਣ ਲੱਗੀ ਕਮਲੀਏ, ਅਮਰੂ ਨਿਥਾਵਾਂ ਨਹੀਂ, ਇਹ ਤੇ ਗੁਰੂ ਘਰ 'ਚ ਹੈ, ਗੁਰੂ ਵਾਲਾ ਹੈ, ਇਹ ਨਿਥਾਵਾਂ ਕਿਉਂ ਹੈ? ਸਾਖੀ ਘਰ ਜਿਵੇਂ ਕਹਿੰਦੇ, ਉਹ ਬੀਬੀ ਆਪਣੀ ਸੁੱਧ ਬੁੱਧ ਗਵਾ ਗਈ। ਸਤਿਗੁਰੂ ਜੀ ਨੂੰ ਪਤਾ ਲੱਗਾ, ਸਵੇਰ ਸਤਿਗੁਰੂ ਜੀ ਕਹਿਣ ਕਿ ਪੁਰਖਾ ਅੱਜ ਸਵੇਰੇ ਕੀ ਹੋਇਆ ਸੀ, ਸਾਰੀ ਘਟਨਾ ਦੱਸੀ। ਤੇ ਇੱਕ ਗੱਲ ਉਹਨਾਂ ਨੇ ਨਾਲ ਕਹੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅੱਗੇ ਜਾ ਕੇ ਸੁਣੋਗੇ, ਕਿ ਮਹਾਰਾਜ ਮੋਹੇ ਨਿਥਾਵਾਂ ਇਨ ਕਹਿਓ ਸੋ ਸਾਚ ਬਖਾਨੀ। ਮੈਨੂੰ ਇਸ ਬੀਬੀ ਨੇ ਕਿਹਾ ਨਿਥਾਵਾਂ, ਇਹ ਠੀਕ ਹੀ ਕਿਹਾ, ਕਿਉਂਕਿ ਜਬ ਲਗ ਆਤਮ ਰੂਪ ਕੋ ਮਨ ਲੈ ਨਾ ਜਾਨੀ। ਜਿੰਨਾ ਚਿਰ ਮਨ ਆਪਣੇ ਆਤਮਿਕ ਸਰੂਪ ਨੂੰ ਜਾਣ ਨਹੀਂ ਲੈਂਦਾ, ਉਹਨਾਂ ਚਿਰ ਤੇ ਨਿਥਾਵਾਂ ਹੀ ਹੈ ਨਾ। ਥਾਂ ਪਾਏ ਕਰ ਥਿਰ ਨਾ ਰਹੋ ਤਬ ਲਗ ਨਿਥਾਵਾਂ। ਜਿੰਨਾ ਚਿਰ ਇਹਨੂੰ ਥਾਂ ਨਾ ਮਿਲੇ, ਉਹਨਾਂ ਚਿਰ ਨਿਥਾਵਾਂ ਹੈ। ਜਿੰਨਾ ਚਿਰ ਅਸੀਂ ਨਿਜ ਘਰ ਦੇ ਵਾਸੀ ਨਹੀਂ ਬਣਦੇ, ਉਹਨਾਂ ਚਿਰ ਨਿਥਾਵੇਂ ਹੀ ਆ, ਉਹਨਾਂ ਚਿਰ ਅਸੀਂ ਭਟਕਦੇ ਰਵਾਂਗੇ। ਉਹ ਨਿਜ ਘਰ ਦਾ ਨਿਵਾਸ ਮਿਲੇਗਾ ਗੁਰੂ ਕੇ ਸ਼ਬਦ ਦੇ ਗਿਆਨ ਦੇ ਰਾਹੀਂ। ਸਵੈ ਸਰੂਪ ਦੇ ਵਿੱਚ ਸਥਿਰਤਾ, ਨਿਜ ਸਰੂਪ ਵਿੱਚ ਸਥਿਰਤਾ, ਉਹ ਗੁਰੂ ਕੇ ਸ਼ਬਦ ਰਾਹੀਂ ਮਿਲੇਗੀ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਿਆ ਮਿਲੇਗੀ। ਰੱਬ ਦੇ ਪਿਆਰੇ ਜਿਨ੍ਹਾਂ ਨੂੰ ਪਰਮਹੰਸ ਕਿਹਾ ਹੈ, ਉਹ ਆਪਣੇ ਉਸ ਸਵੈ ਸਰੂਪ ਵਿੱਚ ਲਿਵਲੀਨ ਹੋ ਜਾਂਦੇ ਨੇ। ਤੇ ਜਦੋਂ ਇਹ ਸਰੀਰ ਨੂੰ ਛੱਡਣਾ ਪਏ ਤੇ ਕੋਈ ਦੁਖੀ ਨਹੀਂ ਹੁੰਦੇ, ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ
ਪ੍ਰਭਾਵ ਨਹੀਂ ਪੈਂਦਾ ਉਹਨਾਂ ਤੇ। ਤਨ ਆਤਮ ਸੰਸਰ ਪੈ ਪਾਨੀ ਕਰਹਿ ਸੁਨਰ ਹੋਏ ਹੰਸ ਸਮਾਨੀ। ਇਸ ਕਰਕੇ ਇਹ ਸਰੀਰ ਦਾ ਹੰਕਾਰ ਤੇ ਆਤਮਾ, ਸਰੀਰ ਤੇ ਆਤਮਾ ਐਵੇਂ ਕਹਿ ਲਓ ਪਾਣੀ ਤੇ ਦੁੱਧ ਹੈ। ਤੇ ਜਿਹੜੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਪਰਮਹੰਸ ਕਿਹਾ ਹੈ ਨਾ, ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਸਮਝ ਲੈਂਦਾ, ਵੱਖਰੀਆਂ ਕਰ ਲੈਂਦਾ, ਦੁੱਧ ਨਾਲ ਜੁੜਦਾ, ਪਾਣੀ ਤਿਆਗਦਾ, ਤਿਵੇਂ ਜਿਹੜੇ ਪਰਮਹੰਸ ਨੇ, ਉੱਚੀ ਬਿਰਤੀ ਵਾਲੇ ਨੇ, ਵਿਵੇਕ ਵਾਲੇ ਨੇ, ਉਹ ਸਰੀਰ ਤੇ ਆਤਮਾ ਦੇ ਭੇਤ ਨੂੰ ਸਮਝ ਜਾਂਦੇ ਨੇ, ਸੱਤ ਤੇ ਅਸੱਤ ਨੂੰ ਜਾਣ ਜਾਂਦੇ ਨੇ, ਉਹ ਸੱਤ ਨਾਲ ਜੁੜਦੇ ਨੇ, ਆਤਮਿਕ ਜੀਵਨ ਨੂੰ ਮੰਨਦੇ ਨੇ, ਉਹ ਸਰੀਰ ਦੇ ਮੋਹ ਤੋਂ ਉੱਚੇ ਉੱਠ ਜਾਂਦੇ ਹਨ, ਇਹਦੀ ਪਕੜ ਨਹੀਂ ਕਰਦੇ। ਤਿਨ ਕੋ ਪਰਮਹੰਸ ਹੈ ਨਾਮੁ ਪਾਵੇ ਬ੍ਰਹਮ ਗਿਆਨ ਅਭਿਰਾਮ। ਉਹਨਾਂ ਨੂੰ ਪਰਮਹੰਸ ਕਿਹਾ ਜਾਂਦਾ ਹੈ, ਉਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਬ੍ਰਹਮ ਗਿਆਨੀ ਵੀ ਉਹਨਾਂ ਨੂੰ ਹੀ ਕਿਹਾ ਜਾਂਦਾ ਹੈ। ਬ੍ਰਹਮ ਗਿਆਨੀ ਇਹ ਨਹੀਂ ਹੈ ਕਿਸੇ ਨੇ ਚਿੱਟੇ ਕੱਪੜੇ ਪਾ ਲਏ ਤੇ ਬ੍ਰਹਮ ਗਿਆਨੀ ਬਣ ਗਿਆ। ਬ੍ਰਹਮ ਗਿਆਨੀ ਇੱਕ ਅਵਸਥਾ ਹੈ, ਇੱਕ ਸੁਰਤ ਹੈ। ਸੁਰਤ ਦਾ ਉਹ ਲੈਵਲ ਜਿੱਥੇ ਜਾ ਕੇ ਬੰਦਾ ਸਤ ਅਸਤ ਦਾ ਗਿਆਤਾ ਹੋ ਜਾਏ, ਆਤਮਿਕ ਆਨੰਦ ਨੂੰ ਮਾਣ ਲਏ। ਸਤਿਗੁਰੂ ਜੀ ਕਹਿੰਦੇ ਉਹਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਤਨ ਤੇ ਨਿਆਰੋ ਜਬ ਮਤ ਧਰੈ ਰਸ ਵਿਸਿਆਨ ਹਿਤ ਪਾਪ ਨਾ ਕਰੈ। ਜਦੋਂ ਉਹਨਾਂ ਨੂੰ ਪਤਾ ਹੈ ਕਿ ਸਾਡਾ ਜੀਵਨ ਆਤਮਿਕ ਜੀਵਨ ਹੈ, ਤਨ ਤਾਂ ਇੱਕ ਸਾਧਨ ਮਿਲਿਆ ਉਸ ਜੀਵਨ ਨੂੰ ਮੰਨਣ ਦੇ ਲਈ। ਜਿਵੇਂ ਘਰ ਹੈ, ਘਰ ਤਾਂ ਇੱਕ ਸਾਨੂੰ ਸਾਧਨ ਮਿਲਿਆ ਕਿ ਇਸ ਘਰ ਵਿੱਚ ਰਹਿੰਦੇ ਅਸੀਂ ਆਪਣੇ ਨਿਜ ਘਰ ਦੇ ਵਾਸੀ ਬਣ ਜਾਈਏ। ਘਰ ਹੰਕਾਰ ਕਰਨ ਲਈ ਨਹੀਂ ਹੈ, ਘਰ ਇਸ ਲਈ ਨਹੀਂ ਹੈ ਕਿ ਆਪਾਂ ਦੁਨੀਆ ਨੂੰ ਲੁੱਟ ਲੁੱਟ ਕੇ ਭਰ ਲਈਏ, ਘਰ ਵੱਡਾ ਹੋ ਜਾਏ, ਇਸ ਲਈ ਨਹੀਂ ਹੈ। ਇਹ ਘਰ ਸਾਨੂੰ ਇੱਕ ਸਿੱਖਿਆ ਦਿੰਦਾ ਹੈ ਕਿ ਬੰਦਿਆ ਇਸ ਘਰ 'ਚ ਰਹਿ ਕੇ ਨਿਜ ਘਰ ਦਾ ਵਾਸੀ ਬਣ ਜਾ। ਔਰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਬਚਨ ਕਿ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਉਹ ਜਿਸ ਘਰ ਨੂੰ ਛੱਡ ਕੇ ਅਸੀਂ ਚਲੇ ਜਾਣਾ, ਉਹ ਘਰ ਹੀ ਸਾਡੀ ਸੁਰਤ 'ਚ ਵਸਿਆ ਰਹਿੰਦਾ, ਉਦੋਂ ਅੱਗੇ ਵੱਧਦਾ ਹੀ ਨਹੀਂ ਹੈ। ਜਿਸ ਘਰ 'ਚ ਜਾ ਕੇ ਵਸਣਾ ਉਹਦਾ ਕਦੀ ਧਿਆਨ ਹੀ ਨਹੀਂ ਦਿੱਤਾ ਅਸੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰੇ, ਇਹ ਸਰੀਰ ਨੂੰ ਸਦੀਵੀ ਨਾ ਸਮਝ ਕੇ ਫਿਰ ਚਸਕਿਆਂ 'ਚ ਨਹੀਂ ਪੈਂਦੇ। ਦੇਖੋ ਸਰੀਰ ਨੂੰ ਪਾਲਣਾ ਹੀ ਹੈ। ਸੇਵਾ ਪੰਥੀ ਮਹਾਂਪੁਰਖਾਂ ਦੀ ਇੱਕ ਬੜੀ ਪਿਆਰੀ ਗਾਥਾ ਯਾਦ ਆ ਗਈ। ਉਹ ਨਾਮ ਮੈਨੂੰ ਵਿਸਰ ਗਿਆ ਉਹਨਾਂ ਦਾ। ਕਿਸੇ ਘਰ 'ਚ ਗਏ, ਉਹਨਾਂ ਨੇ ਕਈ ਤਰ੍ਹਾਂ ਦੇ ਪਕਵਾਨ ਲਿਆ ਕੇ ਰੱਖ ਦਿੱਤੇ ਉਹਨਾਂ ਦੇ ਅੱਗੇ, ਕਿ ਉਹਨਾਂ ਨੇ ਪ੍ਰਸ਼ਾਦੇ ਛਕ ਲਏ, ਹੋਰ ਚੀਜ਼ਾਂ ਨਾ ਛਕੀਆਂ। ਤੇ ਉਹਨਾਂ ਸਵਾਲ ਕੀਤਾ ਕਿ ਇਹ ਇੰਨੇ ਪਕਵਾਨ ਬਣੇ ਨੇ, ਤੁਸੀਂ ਇਹਨਾਂ ਦਾ ਰਸ ਨਹੀਂ ਲੈਂਦੇ? ਤੇ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕੀ, ਕਹਿਣ ਲੱਗੇ ਤੰਦੂਰ ਹੀ ਧੋਣਾ, ਆਮ ਲੱਕੜਾਂ ਨਾਲ ਤਪ ਜਾਏ ਤੇ ਚੰਦਨ ਦੀਆਂ ਲੱਕੜਾਂ ਪਾਉਣ ਦੀ ਕੀ ਲੋੜ ਹੈ? ਤੰਦੂਰ ਹੀ ਬਾਲਣਾ ਹੈ, ਲੱਕੜਾਂ ਨਾਲ ਆਮ ਕਿੱਕਰ ਦੀਆਂ ਲੱਕੜਾਂ ਨਾਲ ਜੇ ਸਰ ਸਕਦਾ ਤੇ ਉੱਥੇ ਚੰਦਨ ਦੀਆਂ ਲੱਕੜਾਂ ਪਾਉਣ ਦੀ ਕੀ ਲੋੜ ਹੈ? ਸਰੀਰ ਨੂੰ ਚਲਾਉਣਾ ਹੈ ਆਪਾਂ, ਸਰੀਰ ਨੂੰ ਭੋਜਨ ਚਾਹੀਦਾ ਹੈ। ਹਾਲਾਂਕਿ ਜਿੰਨਾ ਸਿੰਪਲ ਭੋਜਨ ਹੋਏ ਉਹਨਾਂ ਸਰੀਰ ਤੰਦਰੁਸਤ ਰਹਿੰਦਾ। ਅੱਜ ਸਾਡੇ ਰੋਗਾਂ ਦਾ ਕਾਰਨ ਕੋਈ ਪਰਮਾਤਮਾ ਦੀ ਨਾਰਾਜ਼ਗੀ ਨਹੀਂ ਹੈ, ਸਾਡੇ ਰੋਗਾਂ ਦਾ ਕਾਰਨ ਸਾਡਾ ਖਾਣਾ ਪੀਣਾ ਹੈ। ਤੁਸੀਂ ਅੱਜ ਆਪਣਾ ਖਾਣਾ ਪੀਣਾ ਸੁਧਾਰ ਲਓ, ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ ਪਏਗੀ। ਡਾਕਟਰ ਕੋ ਤੇ ਅਸੀਂ ਜਾਣ ਦੀ ਲੋੜ ਉਦੋਂ ਮਹਿਸੂਸ ਕਰਦੇ ਜਦੋਂ ਸਾਡਾ ਖਾਣਾ ਪੀਣਾ ਹੀ ਨਹੀਂ ਹੈ। ਅਸੀਂ ਕੁਦਰਤੀ ਭੋਜਨ ਦੇ ਨਾਲੋਂ ਟੁੱਟ ਗਏ। ਕਦੀ ਪਸ਼ੂ ਬਿਮਾਰ ਨਹੀਂ ਹੁੰਦੇ, ਕਦੀ ਪੰਛੀ ਬਿਮਾਰ ਨਹੀਂ ਹੁੰਦੇ। ਅਸੀਂ ਚਸਕਿਆਂ ਦੇ ਮਗਰ ਪੈ ਪੈ ਕੇ ਸਰੀਰ ਨੂੰ ਰੋਗਾਂ ਦਾ ਘਰ ਬਣਾ ਲਿਆ। ਹੁਣ ਉਹਨਾਂ ਭੋਜਨ ਨਹੀਂ ਖਾਂਦੇ ਜਿੰਨੀਆਂ ਗੋਲੀਆਂ ਸਾਨੂੰ ਖਾਣੀਆਂ ਪੈਂਦੀਆਂ ਨੇ। ਜਦੋਂ ਅਸੀਂ ਜ਼ਿੰਦਗੀ 'ਚ ਤਜਰਬਾ ਕਰਕੇ ਦੇਖ ਲਈਏ, ਆਪਣੀ ਜ਼ਿੰਦਗੀ ਦੇ ਅੰਦਰ ਕੋਈ ਫਲ ਫਰੂਟ ਬਹੁਤੇ ਖਾਈਏ, ਰਾਹ ਫੂਡ ਬਹੁਤਾ ਖਾਈਏ, ਸਰੀਰ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਏਗਾ। ਪ੍ਰਕਿਰਤੀ ਦੇ ਨਾਲ ਜੁੜਦੇ ਚਲੇ ਜਾਈਏ। ਇਸ ਕਰਕੇ ਇਹ ਸਰੀਰ ਜਿਹੜਾ ਹੈ ਉਹਨੂੰ ਕਾਇਮ ਰੱਖਣਾ ਹੈ। ਉਹ ਤੇ ਸਿੰਪਲ ਭੋਜਨ ਨਾਲ ਵੀ ਰਹਿ ਸਕਦਾ। ਫਿਰ ਇਹਨੇ ਮਹਿੰਗੇ ਭੋਜਨ, ਫਿਰ ਇੰਨੀਆਂ ਅਨੇਕ ਤਰ੍ਹਾਂ ਦੇ ਮਸਾਲੇਦਾਰ ਚੀਜ਼ਾਂ ਪਾ ਪਾ ਕੇ ਸਰੀਰ ਨੂੰ ਰੋਗੀ ਕਰਨ ਦੀ ਕੀ ਲੋੜ ਹੈ? ਮਹਾਂਪੁਰਖ ਕਹਿਣ ਲੱਗੇ ਤੰਦੂਰ ਹੀ ਬਲਣਾ ਹੈ, ਇਹ ਤੇ ਆਮ ਲੱਕੜਾਂ ਨਾਲ ਵੀ ਬਾਲਿਆ ਜਾ ਸਕਦਾ ਹੈ, ਤਪ ਸਕਦਾ ਹੈ। ਇੱਥੇ ਚੰਦਨ ਦੀਆਂ ਲੱਕੜਾਂ ਪਾਉਣ ਦੀ ਕੀ ਲੋੜ ਹੈ? ਚਸਕਿਆਂ ਮਗਰ ਲੱਗ ਕੇ ਸਤਿਗੁਰੂ ਜੀ ਕਹਿੰਦੇ ਉਹ ਆਪਣੇ ਜੀਵਨ ਨੂੰ ਖਰਾਬ ਨਹੀਂ ਕਰਦੇ। ਉਹਨਾਂ ਨੂੰ ਪਤਾ ਹੈ ਕਿ ਸਰੀਰ ਸਦਾ ਨਹੀਂ ਰਹਿਣਾ, ਇਹਨੂੰ ਤੇ ਚਲਾਉਣ ਲਈ ਆਮ ਭੋਜਨ ਠੀਕ ਹੈ। ਉਹ ਆਤਮਿਕ ਰਸ ਨੂੰ ਮੰਨਦੇ ਹਨ। ਜਲ ਤੇ ਕਮਲ ਰਹੇ ਨਿਰਲੇਪੂ ਲਿਪੇ ਨ ਕਿਮ ਹੋਏ ਬਿੰਦਰ ਬਿਖੇਪੂ। ਜਿਵੇਂ ਕਮਲ ਹੁੰਦਾ ਹੈ ਨਾ, ਪਾਣੀ 'ਚ ਰਹਿੰਦਾ ਹੋਇਆ, ਪਾਣੀ ਤੋਂ ਵੱਖਰਾ ਰਹਿੰਦਾ, ਨਿਰਲੇਪ ਰਹਿੰਦਾ, ਉਹ ਕਦੀ ਪਾਣੀ ਦੇ ਵਿੱਚ ਲਪਾਏਮਾਨ ਨਹੀਂ ਹੁੰਦਾ। ਇਵੇਂ ਜਿਹੜੇ ਪਰਮਹੰਸ ਨੇ
ਉਹ ਦੁਨੀਆ 'ਚ ਰਹਿੰਦੇ ਵੀ ਦੁਨੀਆ ਤੋਂ ਉੱਚੇ ਉੱਠੇ ਰਹਿੰਦੇ ਹਨ। ਸੂਰਜ ਕੀ ਦਿਸ ਹੈ ਤਿਨ ਧਿਆਨ, ਛੁਵੇ ਨਾ ਜਲ ਰੰਚਕ ਕਮਲ ਭਰਿਆਨ। ਦਾ ਧਿਆਨ ਸੂਰਜ ਵੱਲ ਰਹਿੰਦਾ ਹੈ, ਪਾਣੀ ਵੱਲ ਨਹੀਂ ਰਹਿੰਦਾ। ਭਾਵੇਂ ਕਿ ਪਾਣੀ 'ਚੋਂ ਖੁਰਾਕ ਲੈਂਦਾ ਹੈ, ਤਿਵੇਂ ਰੱਬ ਦੇ ਪਿਆਰੇ ਰਹਿੰਦੇ ਭਾਵੇਂ ਸਰੀਰ 'ਚ ਹੀ ਨੇ, ਸਰੀਰ ਕਰਕੇ ਹੀ ਉਹ ਰਹਿੰਦੇ ਨੇ ਇਸ ਸੰਸਾਰ 'ਚ, ਪਰ ਉਹਨਾਂ ਦੀ ਸੁਰਤ ਪਰਮਾਤਮਾ ਵੱਲ ਰਹਿੰਦੀ ਹੈ। ਪਰਮ ਹੰਸ ਤਿਮ ਜਗ ਮੈਂ ਰਹੇ, ਆਤਮ ਧਿਆਨ ਸਦਾਉਰ ਲਹੈ। ਜਿਵੇਂ ਪਰਮਹੰਸ ਦੁਨੀਆ 'ਚ ਰਹਿੰਦੇ, ਜਿਵੇਂ ਕਮਲ ਰਹਿੰਦਾ ਹੈ, ਉਹ ਸਦਾ ਆਤਮਿਕ ਧਿਆਨ ਵਿੱਚ ਲੀਨ ਰਹਿੰਦੇ ਹਨ। ਤਨ ਕੇ ਸੁਖ ਦੁਖ ਜਬ ਪਰ ਜਾਏ, ਤਿਨ ਕੇ ਹਰਕ ਨ ਸੋਗ ਕਦਾਏ। ਜਦੋਂ ਉਹਨਾਂ ਦੇ ਸਰੀਰ ਤੇ ਦੁੱਖ ਆ ਜਾਏ ਜਾਂ ਸੁੱਖ ਆ ਜਾਏ, ਉਹਨਾਂ ਨੂੰ ਕੋਈ ਖੁਸ਼ੀ ਗਮੀ ਨਹੀਂ ਹੁੰਦੀ, ਉਹ ਇੱਕ ਰਸ ਰਹਿੰਦੇ ਨੇ। ਇਹ ਕੋਈ ਅਤ ਕਥਨੀ ਨਹੀਂ ਹੈ, ਅਸੀਂ ਇਤਿਹਾਸ ਪੜ੍ਹਦੇ ਹਾਂ ਸ਼ਹੀਦਾਂ ਦਾ, ਗੁਰਮੁਖਾਂ ਦਾ। ਦੇਖੋ ਨਾ, ਕਿਸੇ ਦੇ ਸਿਰ ਤੇ ਆਰਾ ਚੱਲੇ ਤੇ ਉਹ ਸੀ ਤੱਕ ਨਾ ਕਹੇ। ਕੋਈ ਕਤਲਗਾਹ 'ਚ ਬੈਠਾ ਜਲਾਦ ਨੂੰ ਕਹਿੰਦਾ ਮੇਰਾ ਬੰਦ ਕੱਟ ਤੂੰ ਬੜੇ ਪਿਆਰ ਦੇ ਨਾਲ, ਉਹ ਕੋਈ ਤੜਫੇ ਨਾ। ਉਹ ਇਸ ਕਰਕੇ ਕਿ ਉਹਨਾਂ ਦੀ ਸੁਰਤ ਜਿਹੜੀ ਸਰੀਰ ਤੋਂ ਉੱਚੀ ਉੱਠ ਕੇ ਆਤਮਾ ਨਾਲ ਜੁੜ ਗਈ। ਉਹਨਾਂ ਨੂੰ ਪਤਾ ਹੈ ਸਰੀਰ ਅੱਜ ਵੀ ਕੱਲ ਚਲੇ ਜਾਣਾ ਹੈ। ਸਾਨੂੰ ਦੁੱਖ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਸੋਚਦੇ ਸਰੀਰ ਸਾਡਾ ਹੈ। ਜਿਹੜੀ ਚੀਜ਼ ਨੂੰ ਅਸੀਂ ਆਪਣਿਆਂ ਗਿਣਦੇ, ਦੁੱਖ ਉਹਦਾ ਹੀ ਹੈ ਨਾ। ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਸਾਨੂੰ ਕੋਈ ਦੁੱਖ ਨਹੀਂ ਹੁੰਦਾ, ਸਾਡੇ ਘਰ ਨੂੰ ਲੱਗੇ ਤੇ ਕਿੰਨੀ ਪੀੜਾ ਹੁੰਦੀ ਹੈ, ਕਿਉਂਕਿ ਉਹ ਸਾਡਾ ਹੈ। ਸਾਡੇ ਮਨ 'ਚ ਖਿਆਲ ਕਿ ਸਾਡਾ ਹੈ। ਬਹੁਤ ਦੁਨੀਆ ਜਿਹੜੀ ਹੈ ਉਹ ਮਰਦੀ ਹੈ ਜਾਂ ਇਸ ਸੰਸਾਰ ਤੋਂ ਜਾਂਦੀ, ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਕਈ ਵਾਰੀ ਤਾਂ ਮਨੁੱਖ ਹੰਕਾਰ 'ਚ ਲੋਕਾਂ ਨੂੰ ਆਪ ਮਾਰਦਾ, ਖੁਸ਼ ਹੁੰਦਾ, ਲੇਕਿਨ ਸਾਡਾ ਕੋਈ ਮਿੱਤਰ, ਸਾਡਾ ਕੋਈ ਰਿਸ਼ਤੇਦਾਰ ਜਦੋਂ ਜਾਏ ਸਾਨੂੰ ਕਿੰਨਾ ਦੁੱਖ ਹੁੰਦਾ ਹੈ। ਬਿਲਕੁਲ ਇੱਦਾਂ ਜਦੋਂ ਅਸੀਂ ਸਰੀਰ ਨੂੰ ਆਪਣਾ ਸਮਝਾਂਗੇ, ਉਦੋਂ ਇਸ ਸਰੀਰ ਤੇ ਦੁੱਖ ਆਏਗਾ, ਅਸੀਂ ਦੁਖੀ ਹੋਵਾਂਗੇ, ਸੁੱਖ ਆਏਗਾ, ਅਸੀਂ ਸੁਖੀ ਹੋਵਾਂਗੇ। ਇੱਕ ਜਦੋਂ ਅਸੀਂ ਦੇਖ ਲਿਆ ਕਿ ਸਰੀਰ ਤਾਂ ਇੱਕ ਰਹਿਣ ਲਈ ਘਰ ਹੈ, ਸਾਡਾ ਜੀਵਨ ਤਾਂ ਕੁਝ ਹੋਰ ਹੈ, ਫਿਰ ਸਰੀਰ ਤੇ ਦੁੱਖ ਆ ਜਾਏ, ਸੁੱਖ ਆ ਜਾਏ, ਮਨੁੱਖ ਤੇ ਕੋਈ ਅਸਰ ਨਹੀਂ ਪੈਂਦਾ। ਉਹ ਇੱਕ ਰਸ ਰਹਿੰਦਾ ਹੈ, ਆਨੰਦ 'ਚ ਰਹਿੰਦਾ ਹੈ। ਵਰਤੇ ਗਿਆਨੀ ਸਮ ਅਗਿਆਨੀ, ਜਾਣੈ ਜਗ ਕੋ ਸੁਪਨ ਸਮਾਨੀ। ਅਜਿਹਾ ਪ੍ਰਾਣੀ ਜਗਤ ਦੇ ਵਿੱਚ ਚੰਗੀਆਂ ਮਾੜਿਆਂ ਨਾਲ ਬਰਾਬਰ ਹੀ ਵਿਹਾਰ ਕਰਦਾ ਹੈ, ਜਗਤ ਨੂੰ ਸੁਪਨਾ ਜਾਣਦਾ ਹੈ। ਉਹਦੇ ਲਈ ਤੈਸਾ ਹਰਕ ਤੈਸਾ ਉਹ ਸੋਗ, ਸਦਾ ਅਨੰਤ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਹ ਸਮਾਟੀ, ਤੈਸਾ ਰੰਕ ਤੈਸਾ ਰਾਜਾਨ। ਉਹ ਸਾਰਿਆਂ ਦੇ ਨਾਲ ਬਰਾਬਰ ਵਿਹਾਰ ਕਰਦਾ ਹੈ। ਬੰਧਨ ਹੋਤ ਨਹੀਂ ਪੁਨ ਤਾਹੂ, ਰਹੇ ਸਮਾਏ ਬ੍ਰਹਮ ਕੈ ਮਾਹੂ। ਉਹਨਾਂ ਨੂੰ ਕੋਈ ਬੰਧਨ ਨਹੀਂ ਰਹਿੰਦਾ, ਉਹ ਸਦਾ ਬ੍ਰਹਮ ਵਿੱਚ ਲਿਵਲੀਨ ਰਹਿੰਦੇ ਹਨ। ਸੁਨੀ ਸਿੱਖ ਪਾਰੋ ਹਰਿ ਕਾਇਓ, ਲਗਾ ਵਿਚਾਰਨ ਮਨ ਮੁਖ ਪਾਇਓ। ਭਾਈ ਪਾਰੋ ਜੀ ਨੇ ਇਹ ਜਦੋਂ ਬਚਨ ਸੁਣੇ ਤੇ ਬੜੇ ਪ੍ਰਸੰਨ ਹੋਏ। ਗੁਰੂ ਕੇ ਬਚਨਾਂ ਨੂੰ ਚੰਗੀ ਤਰ੍ਹਾਂ ਮਨ 'ਚ ਉਹਨਾਂ ਨੇ ਵਸਾਇਆ ਹੈ। ਕਿਤਿਕ ਕਾਲ ਗੁਰ ਅੰਗਦ ਸੇਵ, ਪੁਨ ਪੈ ਅਮਰਦਾਸ ਗੁਰਦੇਵ। ਕੁਝ ਚਿਰ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਸੇਵਾ ਕੀਤੀ, ਫਿਰ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਹਜ਼ੂਰੀ 'ਚ ਵੀ ਸੇਵਾ ਕਰਦੇ ਰਹੇ। ਤਿੰਨ ਟਿੰਗ ਬਨਿਓ ਸੋ ਬ੍ਰਹਮ ਗਿਆਨੀ, ਆਗੇ ਕਰ ਹੈ ਕਥਾ ਬਖਾਨੀ। ਕਵੀ ਜੀ ਕਹਿੰਦੇ ਨੇ ਕਿ ਇਹ ਭਾਈ ਪਾਰੋ ਜੀ ਬ੍ਰਹਮ ਗਿਆਨੀ ਬਣ ਗਏ। ਇਹਨਾਂ ਦੀ ਅਗਲੀ ਕਥਾ ਫੇਰ ਆਪਾਂ ਦੱਸਾਂਗੇ। ਭਾਈ ਪਾਰੋ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਸਿੱਖੀ ਗ੍ਰਹਿਣ ਕੀਤੀ ਸੀ। ਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ, ਗੁਰੂ ਰਾਮਦਾਸ ਜੀ ਮਹਾਰਾਜ ਦੇ ਵੇਲੇ ਇਸ ਤਰੀਕੇ ਦੇ ਨਾਲ ਇਹ ਭਾਈ ਪਾਰੋ ਜੁਲਕਾ ਜੀ ਦੇ ਘਰਾਣੇ ਦਾ ਗਾਂ ਅੱਗੇ ਚੱਲ ਕੇ ਗੁਰੂ ਘਰ ਨਾਲ ਵੀ ਸੰਬੰਧ ਬਣਿਆ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸਾਰਿਆਂ ਨੂੰ ਆਪਣੇ ਦਰ ਤੋਂ ਗੁਰਬਾਣੀ ਦੀ ਦਾਤ, ਸਤ ਸੰਗਤ ਦਾ ਪਿਆਰ ਬਖਸ਼ਿਸ਼ ਕਰਨ ਜੀ। ਸਾਰੇ ਹੀ ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।